Hello and welcome back, guys. My name is Harpreet Singh, and you are watching Commerce Edutech. Today, we are going to discuss a very important topic from Plus One Accountancy, and the topic is theory base of accounting. ਅੱਜ ਆਪਾਂ ਇਸ ਦਾ ਫਰਸਟ ਪਾਰਟ ਡਿਸਕਸ ਕਰਨਾ ਹੈ। ਜਿਵੇਂ ਕਿ ਆਪਣੇ ਨਾਮ ਦੇ ਨਾਲ ਹੀ ਦੇਖੋ ਐਕਸਪਲੇਨ ਹੋ ਰਿਹਾ, ਥਿਓਰੀ ਬੇਸ ਆਫ ਅਕਾਊਂਟਿੰਗ ਦਾ ਬੇਸ ਹੈ ਜੋ ਆਪਾਂ ਅੱਜ ਇਹ ਕਰਨ ਲੱਗੇ ਹਾਂ। ਠੀਕ ਹੈ, ਸੋ ਸਟਾਰਟ ਕਰਦੇ ਹਾਂ ਆਪਾਂ ਜਿਹੜਾ ਟੌਪਿਕ। ਧਿਆਨ ਨਾਲ ਸੁਣਨਾ ਟੌਪਿਕ ਅੱਜ ਦਾ ਇਹ। ਫਸਟ ਆਫ ਆਲ ਅਕਾਊਂਟਿੰਗ ਥਿਓਰੀ ਹੈ ਕਿ ਕਿਸ ਤਰ੍ਹਾਂ ਅਕਾਊਂਟਿੰਗ ਥਿਓਰੀ ਜਨਰੇਟ ਕੀਤੀ ਜਾਂਦੀ ਹੈ, ਆਪਾਂ ਇਸ ਦੇ ਬਾਰੇ ਪੜ੍ਹੀਏ ਪਹਿਲਾਂ। ਅਕਾਊਂਟਿੰਗ ਥਿਓਰੀ ਕੰਸਿਸਟ ਆਫ ਅਕਾਊਂਟਿੰਗ ਪ੍ਰਿੰਸੀਪਲਸ, ਅਕਾਊਂਟਿੰਗ ਕਨਸੈਪਟਸ, accounting conventions which plays an important role in foundation of better accounting practice। ਦੇਖੋ ਇਸ ਦੇ ਵਿੱਚੋਂ ਕੁਝ ਚੀਜ਼ਾਂ ਦੇ ਆਪਾਂ ਟਿਪੀਕਲ ਜਿਹੀਆਂ ਚੀਜ਼ਾਂ ਦੇ ਨਾਮ ਗਿਣਾਏ ਆ, ਲਾਈਕ ਅਕਾਊਂਟਿੰਗ ਪ੍ਰਿੰਸੀਪਲਸ, ਕਿ ਅਕਾਊਂਟਿੰਗ ਪ੍ਰਿੰਸੀਪਲ ਕੀ ਹੁੰਦੇ ਆ, ਅਕਾਊਂਟਿੰਗ ਕਨਸੈਪਟਸ ਕੀ ਹੁੰਦੇ ਆ, ਅਕਾਊਂਟਿੰਗ ਕਨਵੈਨਸ਼ਨਸ ਕੀ ਹੁੰਦੀਆਂ ਨੇ। ਹੁਣ ਇਹ ਜੋ ਚੀਜ਼ਾਂ ਹੈ ਇਹਨੂੰ ਅਸੀਂ ਯੂਜ਼ ਕਰਦੇ ਹਾਂ, ਵਿਚ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਫਾਊਂਡੇਸ਼ਨ ਆਫ ਬੈਟਰ ਅਕਾਊਂਟਿੰਗ ਪ੍ਰੈਕਟਿਸ। ਅਸੀਂ ਆਪਣੀ ਅਕਾਊਂਟਿੰਗ ਪ੍ਰੈਕਟਿਸ ਨੂੰ ਬੈਟਰ ਕਿਵੇਂ ਕਰ ਸਕਦੇ ਹਾਂ, ਉਹਦੇ ਲਈ ਇਹ ਚੀਜ਼ਾਂ ਸਾਡੇ ਲਈ ਇੱਕ ਫੰਡਾਮੈਂਟਲ ਬੇਸ ਦਾ ਕੰਮ ਕਰਦੀਆਂ। ਅਕਾਊਂਟਿੰਗ ਪ੍ਰਿੰਸੀਪਲ ਦੇਖੋ ਸਿਧਾਂਤ ਦੀ ਗੱਲ ਕਰਦੇ ਹਾਂ ਆਪਾਂ ਕਿ ਕੋਈ ਚੀਜ਼ ਕਿਵੇਂ ਯੂਜ਼ ਕਰਨੀ ਚਾਹੀਦੀ ਹੈ, ਸਾਨੂੰ ਬੈਟਰ ਸੁਜੈਸ਼ਨ, ਇੱਕ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਗਈਆਂ। ਅਕਾਊਂਟਿੰਗ ਕਨਸੈਪਟਸ, ਸਾਨੂੰ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਗਈਆਂ ਜਿਸ ਨੂੰ ਕਿ ਅਸੀਂ ਯੂਜ਼ ਕਰਦੇ ਹਾਂ। ਅਕਾਊਂਟਿੰਗ ਕਨਵੈਨਸ਼ਨਸ ਜੋ ਕਿ ਸਾਡੀਆਂ ਮਾਨਿਅਤਾਵਾਂ ਬਣੀਆਂ ਹੋਈਆਂ ਬਹੁਤ ਪਹਿਲਾਂ ਦੀਆਂ, ਜਿਸ ਨੂੰ ਕਿ ਕੋਈ ਇਹ ਕਹਿ ਲਓ ਕਿ ਕੋਈ ਪ੍ਰੂਫ ਦੀ ਜ਼ਰੂਰਤ ਨਹੀਂ ਹੈ। ਅਗਰ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਲਈ ਕੋਈ ਮਾਨਤਾ ਬਣੀ ਹੋਈ ਹੈ ਕਿ ਅਸੀਂ ਆਲਵੇਜ਼ ਜੋ ਹੈ ਵੱਡਿਆਂ ਦਾ ਆਦਰ ਕਰਨਾ, ਲਾਈਕ ਅਸੀਂ ਰਾਈਟ ਸਾਈਡ ਦੇ ਉੱਪਰ ਤੁਰਨਾ, ਚਲੋ ਇਹ ਤਾਂ ਲਾਅ ਬਣਿਆ ਹੋਇਆ, ਠੀਕ ਹੈ ਨਾ। ਅਮੈਰੀਕਨ ਸਾਈਡ ਚਲੇ ਜਾਈਏ, USA ਸਾਈਡ ਚਲੇ ਜਾਈਏ ਤਾਂ ਰਾਈਟ ਸਾਈਡ 'ਤੇ ਤੁਰਦੇ ਆ, ਅਸੀਂ ਲੈਫਟ ਸਾਈਡ 'ਤੇ ਤੁਰਦੇ ਹਾਂ। ਸੋ ਇਹ ਚੀਜ਼ਾਂ ਸਾਡੇ ਲਾਅ ਦੇ ਵਿੱਚ ਆ ਜਾਂਦੀਆਂ ਨੇ, ਲੇਕਿਨ ਕੁਝ ਲਾਅ ਤੋਂ ਹਟ ਕੇ ਸਾਡੀਆਂ ਮਾਨਤਾਵਾਂ ਦੇ ਵਿੱਚ ਜੁੜੀਆਂ ਹੋਈਆਂ ਚੀਜ਼ਾਂ ਜਿਸ ਨੂੰ ਅਸੀਂ ਮੰਨ ਕੇ ਚੱਲਦੇ ਹਾਂ, ਅੱਜ ਤੱਕ ਅਸੀਂ ਐਜ਼ ਇਟ ਇਜ਼ ਮੰਨ ਰਹੇ ਹਾਂ। ਉਹਦੇ ਲਈ ਸਾਨੂੰ ਕੋਈ ਪ੍ਰੂਫ ਦੀ ਜ਼ਰੂਰਤ ਨਹੀਂ। ਅਗਰ ਸਾਨੂੰ ਕੋਈ ਪ੍ਰੂਫ ਉਹਦਾ ਪੁੱਛ ਵੀ ਲਏ ਤਾਂ ਹੋ ਸਕਦਾ ਹੈ ਕਿ ਸਾਡੇ ਕੋਲ ਉਹਦਾ ਪ੍ਰੂਫ ਜੋ ਹੈ ਅਵੇਲੇਬਲ ਹੀ ਨਾ ਹੋਵੇ, ਲੇਕਿਨ ਫਿਰ ਵੀ ਅਸੀਂ ਉਸ ਚੀਜ਼ ਨੂੰ ਜੋ ਹੈ ਮੰਨ ਰਹੇ ਹੁੰਦੇ ਹਾਂ। ਫੋਰ ਐਗਜ਼ਾਮਪਲ, ਜਿਵੇਂ ਅਸੀਂ ਅਕਾਊਂਟਿੰਗ ਕਰਦੇ ਹਾਂ, ਇਸ ਦੀਆਂ ਦੋ ਸਾਈਡਸ ਹੁੰਦੀਆਂ ਜਦੋਂ ਅਸੀਂ ਜਰਨਲ ਜਾਂ ਅਸੀਂ ਲੈਜ਼ਰ ਬਣਾਉਂਦੇ ਹਾਂ। ਇੱਕ ਸਾਈਡ ਦਾ ਨਾਮ ਡੈਬਿਟ ਹੈ, ਇੱਕ ਸਾਈਡ ਦਾ ਨਾਮ ਕ੍ਰੈਡਿਟ ਹੈ। ਅਸੀਂ ਸਾਈਡ ਦਾ ਨਾਮ ਕੋਈ ਹੋਰ ਵੀ ਰੱਖ ਸਕਦੇ ਸੀ। ਡੈਬਿਟ ਕ੍ਰੈਡਿਟ ਦਾ ਹੋਰ ਕੋਈ ਮਤਲਬ ਨਹੀਂ, ਸਿਰਫ ਦੋ ਸਾਈਡਾਂ ਦੇ ਨਾਮ ਨੇ ਇਹ। ਠੀਕ ਹੈ, ਇਹ ਇੱਕ ਮਾਨਤਾ ਬਣੀ ਹੋਈ ਹੈ ਕਿ ਜਿਸ ਟਾਈਮ ਇਹ ਚੀਜ਼ਾਂ ਬਣਾਈਆਂ ਗਈਆਂ ਉਸ ਟਾਈਮ ਇਹਨਾਂ ਦੇ ਜੋ ਨਾਮ ਰੱਖ ਦਿੱਤੇ ਗਏ, ਅਸੀਂ ਐਜ਼ ਇਟ ਇਜ਼ ਉਹ ਚੀਜ਼ ਜਿਹੜੀ ਹੈ ਯੂਜ਼ ਕਰ ਰਹੇ ਹਾਂ। ਠੀਕ ਹੈ ਜੀ, ਐਸੇ ਤਰ੍ਹਾਂ ਜੋ ਹੈ ਇਹ ਕੀ ਹੈ, ਰੋਲ ਪਲੇ ਕਰਦੀਆਂ ਨੇ ਸਾਡੇ ਇੱਕ ਫਾਊਂਡੇਸ਼ਨ ਦੇ ਲਈ ਫॉर ਬੈਟਰ ਅਕਾਊਂਟਿੰਗ ਪ੍ਰਿੰਸੀਪਲਸ। ਹੁਣ ਜਨਰਲ ਅਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ ਕਿਹੜੇ ਹੈ? GAAP ਸ਼ਾਰਟ ਦੇ ਵਿੱਚ ਇਸੇ ਤਰ੍ਹਾਂ ਕੁਐਸਚਨ ਆ ਜਾਂਦਾ ਹੈ, ਵਾਟ ਇਜ਼ GAAP, ਕੀ ਹੁੰਦੇ ਆ ਇਹ? ਸੋ ਜਨਰਲ ਲਾਅ ਔਰ ਰੂਲਸ ਜੋ ਕਿ ਅਡੋਪਟ ਕੀਤੇ ਗਏ ਐਜ਼ ਅ ਗਾਈਡ ਟੂ ਐਕਸ਼ਨ, ਅ ਬੇਸਿਸ ਆਫ ਪ੍ਰੈਕਟਿਸ। ਦੇਖੋ ਜੋ ਪ੍ਰਿੰਸੀਪਲ ਹੁੰਦੇ ਆ ਇਹ ਕੀ ਹੈ, ਇੱਕ ਜਨਰਲ ਗਾਈਡਲਾਈਨਸ ਹੁੰਦੀਆਂ ਨੇ, ਕੁਝ ਜਨਰਲ ਲਾਅ ਹੁੰਦੇ ਆ, ਕੁਝ ਰੂਲਸ ਹੁੰਦੇ ਆ ਜੋ ਕਿ ਅਡੋਪਟ ਕੀਤੇ ਜਾਂਦੇ ਆ ਗਾਈਡੈਂਸ ਦੇ ਲਈ। ਸਾਡੇ ਐਕਸ਼ਨਸ ਨੂੰ ਅਸੀਂ ਕਿਵੇਂ ਕਰਨਾ ਹੈ, ਅਸੀਂ ਉਸ ਨੂੰ ਪਰਫਾਰਮ ਕਿਵੇਂ ਕਰਨਾ ਹੈ, ਉਸ ਦੇ ਲਈ ਇੱਕ ਗਾਈਡੈਂਸ ਦਾ ਰੋਲ ਪਲੇ ਕਰਦੇ ਆ। ਕਲੀਅਰ, ਇਸੇ ਨੂੰ ਹੀ ਜਿਹੜਾ ਹੈ ਪ੍ਰਿੰਸੀਪਲ ਦਾ ਡੈਜ਼ਿਗਨੇਸ਼ਨ ਦਿੱਤਾ ਜਾਂਦਾ ਹੈ। ਅਕਾਊਂਟਿੰਗ ਪ੍ਰਿੰਸੀਪਲਸ ਆਰ ਜਨਰਲੀ ਨੋਨ ਐਜ਼ ਸੈਟ ਆਫ ਰੂਲਸ ਫॉर द ਪਰਪਸ ਆਫ ਮੇਕਿੰਗ ਫਾਈਨੈਂਸ਼ੀਅਲ ਸਟੇਟਮੈਂਟਸ। ਕਿਵੇਂ ਅਸੀਂ ਅਕਾਊਂਟਿੰਗ ਸਟੇਟਮੈਂਟਸ ਬਣਾਉਣੀ ਹੈ, in order to make the financial statement more standardized, more meaningful, more acceptable, more comparable, consistent, reliable, unbiased। ਇਨ ਸ਼ਾਰਟ ਅਗਰ ਕਹਾਂ ਕਿ ਆਪਾਂ ਇੱਕ ਟੌਪਿਕ ਕੀਤਾ ਸੀ ਜਿਹਦੇ ਅੰਦਰ ਅਸੀਂ ਦੇਖਿਆ ਕਿ ਜੋ ਅਕਾਊਂਟਿੰਗ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਅੰਦਰ ਕਿਹੜੇ ਕਿਹੜੇ ਕੁਆਲੀਟੇਟਿਵ ਫੈਕਟਰ ਹੋਣੇ ਚਾਹੀਦੇ ਆ। ਅਗਰ ਅਸੀਂ ਇੱਥੇ ਉਹ ਸਾਰੇ ਫੈਕਟਰ ਵੀ ਲਿਖ ਦਈਏ ਤਾਂ ਵੀ ਇਹ ਕੋਈ ਗਲਤ ਨਹੀਂ ਹੈ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਅਸੀਂ ਅੰਡਰਲਾਈਨ ਕਰੀਏ ਤਾਂ ਇਹ ਕੀ ਹੈ, ਮੋਰ ਸਟੈਂਡਰਡਾਈਜ਼, ਮੀਨਿੰਗਫੁਲ, ਅਸੈਪਟੇਬਲ, ਕੰਪੇਰੇਬਲ, ਕੰਸਿਸਟੈਂਟ। ਇਹ ਸਾਰੀਆਂ ਚੀਜ਼ਾਂ ਕੀ ਹੈ, ਇੱਕ ਗੁੱਡ ਫੀਚਰਸ ਨੇ ਸਾਡੀਆਂ ਅਕਾਊਂਟਿੰਗ ਸਟੇਟਮੈਂਟਸ ਦੇ। ਸੋ ਅਗਰ ਸਾਡੀਆਂ ਸਟੇਟਮੈਂਟਾਂ ਦੇ ਵਿੱਚ ਇਹ ਗੁੱਡ ਫੀਚਰਸ ਜਿਹੜੇ ਹੈ ਉਹ ਹੋਣਗੇ ਤਦ ਅਸੀਂ ਕੀ ਕਰਨਾ ਪਊਗਾ, ਸਾਨੂੰ ਯੂਨੀਫਾਰਮ ਸਿਸਟਮ ਆਫ ਅਕਾਊਂਟਿੰਗ ਸ਼ੁੱਡ ਬੀ ਫੋਲੋਡ। ਯੂਨੀਫਾਰਮ, ਹੁਣ ਯੂਨੀਫਾਰਮ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਕਿ ਸਾਰੀ ਜਗ੍ਹਾ ਤੇ
ਇੱਕੋ ਹੀ ਤਰੀਕੇ ਦੇ ਨਾਲ ਵਰਤਿਆ ਜਾਵੇ, ਯੂਜ਼ ਕੀਤਾ ਜਾਵੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਯੂਨੀਫਾਰਮ ਸਿਸਟਮ। ਸਕੂਲਾਂ 'ਚ ਯੂਨੀਫਾਰਮ ਲੱਗਦੀ ਹੈ, ਉਹ ਕੀ ਚੀਜ਼ ਹੈ ਕਿ ਸਾਰੇ ਬੱਚੇ ਇੱਕ ਤਰ੍ਹਾਂ ਦੇ ਹੀ ਦਿਖਣ, ਇਸ ਤਰ੍ਹਾਂ ਅਸੀਂ ਉਹਨੂੰ ਯੂਨੀਫਾਰਮ ਕਹਿ ਦਿੰਦੇ ਹਾਂ ਕਿ ਯੂਨੀਫਾਰਮ ਸਿਸਟਮ ਆਫ ਅਕਾਊਂਟਿੰਗ ਸ਼ੁੱਡ ਵੀ ਫੋਲੋ ਹੋਣਾ ਚਾਹੀਦਾ ਬਾਈ ਈਚ ਐਂਟਰਪ੍ਰਾਈਜ਼। So the rules, methods and guidelines which are generally followed to make or to present the financial statements are known as accounting principles। ਇਹਨਾਂ ਨੂੰ ਜਿਹੜਾ ਅਕਾਊਂਟਿੰਗ ਪ੍ਰਿੰਸੀਪਲ ਬੋਲਿਆ ਜਾਂਦਾ, ਜਿਹੜੇ ਕਿ ਅਸੀਂ ਉਹ ਰੂਲਸ ਉਹ ਸਟੇਟਮੈਂਟਾਂ ਨੂੰ ਬਣਾਉਣ ਦੇ ਟਾਈਮ ਯੂਜ਼ ਕਰਦੇ ਹਾਂ। ਕਲੀਅਰ ਜੀ। ਨੈਕਸਟ ਹੈ ਸਾਡਾ ਫੰਡਾਮੈਂਟਲ ਅਕਾਊਂਟਿੰਗ ਅਜ਼ੰਪਸ਼ਨਸ ਕੀ ਹੁੰਦੀਆਂ। ਇਹ ਅਸੀਂ ਹਜੇ ਮੀਨਿੰਗ ਕਰ ਰਹੇ ਹਾਂ ਇਹਨਾਂ ਦੇ ਕਿ ਫੰਡਾਮੈਂਟਲ ਅਕਾਊਂਟਿੰਗ ਅਜ਼ੰਪਸ਼ਨ ਕੀ ਅਸੀਂ ਮੰਨ ਕੇ ਚੱਲਦੇ ਹਾਂ, ਵਟ ਆਈ ਅਜ਼ਿਊਮ। An accounting assumption or postulates is a kind of statement which does not require any proof। ਹੁਣ ਦੇਖੋ ਇੱਕ ਅਜ਼ੰਪਸ਼ਨ ਇਹ ਵੀ ਹੈ, ਸਪੋਜ਼ ਕਰੋ ਅਸੀਂ ਬੈਂਕ ਦੇ ਵਿੱਚ FD ਰੱਖਦੇ ਹਾਂ, ਅਸੀਂ FD ਕਿੰਨੇ ਦੀ ਕਰਾਈ, ਬੈਂਕ ਵਾਲਿਆਂ ਨੇ ਪੁੱਛਿਆ ਕਿੰਨੇ ਟਾਈਮ ਦੀ ਕਰਾਉਣੀ ਹੈ, ਤਾਂ ਅਸੀਂ ਕੀ ਬੋਲ ਦਿੰਦੇ ਹਾਂ ਕਿ 1 ਈਅਰ ਦੀ, 3 ਈਅਰ ਦੀ ਕਰਾ ਲਓ। ਇਟ ਮੀਨਸ ਅਸੀਂ ਉੱਥੇ ਇੱਕ ਚੀਜ਼ ਆਪਣੇ ਦਿਮਾਗ 'ਚ ਅਜ਼ਿਊਮ ਕਰਕੇ ਚੱਲਦੇ ਹਾਂ ਕਿ 3 ਸਾਲ ਬਾਅਦ ਮੈਂ FD ਕਢਾ ਕੇ ਯੂਜ਼ ਕਰੂੰਗਾ, ਉਹਦਾ ਜੋ ਯੂਜ਼ ਹੈ ਉਹ ਵੀ ਮੈਂ ਅੱਜ ਹੀ ਆਪਣੇ ਐਡਵਾਂਸ ਦਿਮਾਗ ਦੇ ਵਿੱਚ ਸੋਚ ਲੈਂਦਾ। ਬਟ ਕਿਆ ਪਤਾ ਮੈਂ ਕੱਲ੍ਹ ਨੂੰ ਮਰ ਜਾ, ਹੋ ਸਕਦਾ ਕਿ ਕੱਲ੍ਹ ਨੂੰ ਉਹ FD ਕੋਈ ਹੋਰ ਕਢਵਾ ਕੇ ਲੈ ਕੇ ਜਾਏਗਾ। ਸੋ ਇਹ ਅਜ਼ਿਊਮ ਸਾਡੇ ਦਿਮਾਗ ਦੇ ਵਿੱਚ ਇੱਕ ਅਜ਼ੰਪਸ਼ਨ ਚੱਲਦੀ ਹੈ ਕਿ ਮੈਂ ਇਸ ਚੀਜ਼ ਨੂੰ ਯੂਜ਼ ਕਰਨਾ, ਮੇਰੀ ਲਾਈਫ ਇੰਨੀ ਲਿਮਿਟਿਡ ਨਹੀਂ ਹੈ, ਇਹ ਇੱਕ ਸਾਡੀ ਅਜ਼ੰਪਸ਼ਨ ਹੈ ਔਰ ਇਸ ਚੀਜ਼ ਨੂੰ ਕੋਈ ਪ੍ਰੂਫ ਦੀ ਜ਼ਰੂਰਤ ਨਹੀਂ ਹੈ, ਅਸੀਂ ਮੰਨ ਕੇ ਚੱਲਦੇ ਹਾਂ ਇਸ ਨੂੰ। ਐਜ਼ ਦੇ ਆਰ ਸੈਲਫ ਐਵੀਡੈਂਟ ਟਰੁਥ ਇਨ ਅਕਾਊਂਟਿੰਗ। ਹੁਣ these are used in the process of preparing financial statement without which statements cannot be prepared। ਹੁਣ ਇਹ assumption ਸਾਨੂੰ ਮੰਨ ਕੇ ਚੱਲਣੀ ਪੈਂਦੀ ਹੈ, ਜਿਸ ਤੋਂ ਬਿਨਾਂ ਸਟੇਟਮੈਂਟ ਜਿਹੜੀ ਹੈ ਉਹ ਫਾਈਨਲਾਈਜ਼ ਨਹੀਂ ਮੰਨੀ ਜਾਂਦੀ, ਉਹ ਪੂਰੀ ਨਹੀਂ ਮੰਨੀ ਜਾਂਦੀ, ਉਹ ਸਹੀ ਨਹੀਂ ਮੰਨੀ ਜਾਂਦੀ। ਠੀਕ ਹੈ ਜੀ, ਇਸ ਨੂੰ assumption ਕਿਹਾ ਜਾਂਦਾ ਹੈ। ਹੁਣ ਜਿਸ ਦੇ ਵਿੱਚ ਇਹ ਵੀ assumption ਆ ਜਾਂਦੀ ਹੈ, ਅੱਗੇ ਅਸੀਂ ਡਿਸਕਸ ਕਰਾਂਗੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਹੁਣ ਹੀ ਦੱਸ ਦਿੰਦਾ ਕਿ ਗੋਇੰਗ ਕੰਸਰਨ ਕੰਸੈਪਟ ਹੈ ਕਿ ਜਿਸ ਦੇ ਵਿੱਚ ਅਸੀਂ ਬਿਜ਼ਨਸ ਨੂੰ ਇਹ ਮੰਨ ਕੇ ਚੱਲਦੇ ਹਾਂ ਕਿ ਬਿਜ਼ਨਸ ਦੀ ਲਾਈਫ ਜਿਹੜੀ ਹੈ ਉਹ ਗੋਇੰਗ ਫਾਰਮ ਦੇ ਵਿੱਚ ਹੀ ਰਹੇਗੀ ਹਮੇਸ਼ਾ, ਮਤਲਬ ਬਿਜ਼ਨਸ ਰਨਿੰਗ ਫਾਰਮ 'ਚ ਹੀ ਰਹੂਗਾ, ਉਹਦੀ ਜੋ ਡੈਥ, ਉਹਦੀ ਜੋ ਐਂਡ ਹੈ, ਉਹ ਅਸੀਂ ਸਟਾਰਟਿੰਗ 'ਚ ਨਹੀਂ ਸੋਚ ਕੇ ਚੱਲਦੇ। ਠੀਕ ਹੈ ਨਾ। ਹੁਣ ਇਸ ਤਰ੍ਹਾਂ ਦੀਆਂ ਅਜ਼ੰਪਸ਼ਨਸ ਜਿਹੜੀਆਂ ਨੇ ਉਹ ਵੀ ਬਿਜ਼ਨਸ ਦੇ ਵਿੱਚ ਸਟੇਟਮੈਂਟ ਬਣਾਉਣ ਦੇ ਟਾਈਮ ਅਜ਼ਿਊਮ ਕਰਕੇ ਅਸੀਂ ਮੰਨਦੇ ਚੱਲਦੇ ਹਾਂ। ਸੋ ਨੈਕਸਟ ਆ ਜਾਂਦਾ ਅਕਾਊਂਟਿੰਗ ਕਨਸੈਪਟਸ, ਕਿ ਅਕਾਊਂਟਿੰਗ ਕਨਸੈਪਟ ਕੀ ਹੁੰਦੇ ਆ। ਅਕਾਊਂਟਿੰਗ ਕਨਸੈਪਟਸ ਆਰ ਦਾ ਫਾਊਂਡੇਸ਼ਨ ਆਫ ਅਕਾਊਂਟਿੰਗ। ਜਦੋਂ ਅਸੀਂ ਸਟੇਟਮੈਂਟਾਂ ਬਣਾਉਣੀਆਂ ਨੇ, ਸਾਡੀ ਜੋ ਪੂਰੀ ਦੀ ਪੂਰੀ ਅਕਾਊਂਟਿੰਗ ਬਣਦੀ ਹੈ, ਇਹ ਕਨਸੈਪਟ ਸਾਡੇ ਉਸ ਦੀ ਫਾਊਂਡੇਸ਼ਨ ਬਣਦੇ ਆ, ਉਸ ਦੀ ਨੀਂਵ ਬਣਦੇ ਆ। ਅਕਾਊਂਟਿੰਗ ਕਨਸੈਪਟ ਡਿਫਾਈਨ ਐਜ਼ ਜਨਰਲ ਰੂਲਸ ਵਿਚ ਆਰ ਨਾਰਮਲੀ ਐਪਲੀਕੇਬਲ ਐਟ ਯੂਨੀਵਰਸਲ ਲੈਵਲ। ਅਗਰ ਅਸੀਂ ਗੱਲ ਕਹੀਏ ਕਿ ਅਕਾਊਂਟਿੰਗ ਨੂੰ ਸਾਇੰਸ ਕਿਉਂ ਕਿਹਾ ਜਾਂਦਾ ਹੈ, ਤਾਂ ਉਹਦੇ ਪਿੱਛੇ ਇਹ ਰੀਜ਼ਨ ਹੈ ਕਿ ਜੋ ਅਕਾਊਂਟਿੰਗ ਦੇ ਵਿੱਚ ਕਨਸੈਪਟ ਯੂਜ਼ ਕੀਤੇ ਜਾਂਦੇ ਆ, ਉਹਨਾਂ ਨੂੰ ਯੂਨੀਵਰਸਲ ਲੈਵਲ ਦੇ ਉੱਪਰ ਜਿਹੜਾ ਹੈ ਯੂਜ਼ ਕੀਤਾ ਜਾਂਦਾ ਹੈ, ਐਪਲੀਕੇਬਲ ਕੀਤਾ ਜਾਂਦਾ ਹੈ। ਰਿਗਾਰਡਿੰਗ ਦਾ ਅਡੋਪਸ਼ਨ ਆਫ ਅਕਾਊਂਟਿੰਗ ਮੈਥਡ ਪੋਲਿਸੀਜ਼ which must or should be followed by each and every businessman to prepare his financial statements। ਸੋ ਇਹ ਸਾਡੇ ਰੂਲਸ ਨੇ ਜਿਨ੍ਹਾਂ ਨੂੰ ਕਿ ਮੰਨ ਕੇ ਚੱਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਇਹ ਉਹ ਅਜ਼ੰਪਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਮੰਨ ਕੇ ਚੱਲਦੇ ਹਾਂ, ਜਿਸ ਤੋਂ ਬਿਨਾਂ ਸ਼ਾਇਦ ਸਾਡੀਆਂ ਕਿਤਾਬਾਂ ਕਦੇ ਪੂਰੀਆਂ ਹੋ ਹੀ ਨਹੀਂ ਸਕਣਗੀਆਂ। ਠੀਕ ਹੈ, ਉਹ ਕਿਹੜੀਆਂ ਕਿਹੜੀਆਂ ਹੋਣਗੀਆਂ ਆਪਾਂ ਅੱਗੇ ਡਿਸਕਸ ਕਰਾਂਗੇ। ਅਕਾਊਂਟਿੰਗ ਕਨਵੈਨਸ਼ਨ ਹੁਣ ਕੀ ਹੁੰਦੀ ਹੈ। ਅਕਾਊਂਟਿੰਗ ਕਨਵੈਨਸ਼ਨ ਕੁਝ ਸਾਡੀਆਂ ਮਾਨਤਾਵਾਂ ਨੇ। ਹੁਣ ਇਹਦੇ ਵਿੱਚ ਕੀ ਆਉਂਦਾ ਹੈ, ਬੇਸਡ ਔਨ ਸਮ ਅਕਾਊਂਟਿੰਗ ਕਸਟਮਸ। ਜਿਵੇਂ ਸਾਡੇ ਕੁਝ ਕਸਟਮਸ ਨੇ, ਉਸ ਤਰ੍ਹਾਂ ਅਸੀਂ ਇਹਨਾਂ ਨੂੰ ਵੀ ਲੈ ਕੇ ਚੱਲਾਂਗੇ। ਐਂਡ ਐਪਲੀਕੇਬਿਲਿਟੀ ਵਿਚ ਹੈਜ਼ ਸਮ ਸਪੈਸੀਫਿਕ ਲੌਜਿਕ, ਪਰਪਜ਼ ਐਂਡ ਯੂਜ਼ੇਜ। ਜਿਵੇਂ ਕਿ ਲਿਖਿਆ ਰਾਈਟਿੰਗ ਟੂ ਐਂਡ ਬਾਏ, ਡੈਬਿਟ ਐਂਡ ਕ੍ਰੈਡਿਟ। ਜੋ ਇਹ ਚੀਜ਼ ਅਸੀਂ ਯੂਜ਼ ਕਰਦੇ ਹਾਂ, ਅਸੀਂ ਡੈਬਿਟ ਸਾਈਡ 'ਤੇ ਟੂ ਲਿਖਦੇ ਹਾਂ, ਕ੍ਰੈਡਿਟ ਸਾਈਡ ਨੂੰ ਅਸੀਂ ਬਾਏ ਨਾਲ ਰੀਪ੍ਰਜੈਂਟ ਕਰਦੇ ਹਾਂ, ਔਰ ਡੈਬਿਟ ਤੇ ਕ੍ਰੈਡਿਟ ਸਾਈਡ ਵੀ ਹੈ। ਇਹ ਚੀਜ਼ ਕਿੱਥੋਂ ਆਈ? ਇਹ ਸਾਡੀ ਅਕਾਊਂਟਿੰਗ ਕਨਵੈਨਸ਼ਨ ਤੋਂ ਆਈ। ਇਹ ਚੀਜ਼ ਅਸੀਂ ਪਹਿਲਾਂ ਦੀਆਂ ਮਾਨਤਾਵਾਂ ਨੂੰ ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ। ਹੁਣ ਅੱਗੇ ਅਸੀਂ ਐਕਸਪਲੇਨ ਕਰਦੇ ਹਾਂ ਇਹਨਾਂ ਨੂੰ।
ਹੁਣ ਸਾਡੇ ਕੋਲ ਕਨਸੈਪਟਸ ਸ਼ੁਰੂ ਹੋ ਗਏ। ਬਿਜ਼ਨਸ ਐਂਟੀਟੀ ਕਨਸੈਪਟ ਕੀ ਹੁੰਦਾ ਹੈ? ਹੁਣ ਇਹਨਾਂ ਨੂੰ ਦੇਖੋ ਬੜਾ ਧਿਆਨ ਨਾਲ ਕਰਨਾ, ਬੜੇ ਇੰਪੋਰਟੈਂਟ ਕਨਸੈਪਟਸ ਨੇ ਇਹ। ਬਿਜ਼ਨਸ ਐਂਟੀਟੀ ਕਨਸੈਪਟ, ਅਕੋਰਡਿੰਗ ਟੂ ਦਿਸ ਕਨਸੈਪਟ ਬਿਜ਼ਨਸ ਐਂਡ ਬਿਜ਼ਨਸਮੈਨ, ਹੁਣ ਜਿਵੇਂ ਅਸੀਂ ਕਹਿਤਾ ਕਿ ਓਨਰ ਔਰ ਪ੍ਰੋਪਰਾਈਟਰ ਔਰ ਬਿਜ਼ਨਸਮੈਨ ਤੇ ਬਿਜ਼ਨਸ, ਇਹ ਦੋਨੋਂ ਅਲੱਗ-ਅਲੱਗ ਪਰਸਨ ਹੈ, ਆਰ ਟ੍ਰੀਟਡ ਐਜ਼ ਸੈਪਰੇਟ ਲੀਗਲ ਐਂਟੀਟੀ। ਇਹਨਾਂ ਨੂੰ ਅਲੱਗ-ਅਲੱਗ ਇੱਕ ਲੀਗਲ ਐਂਟੀਟੀ ਦਿੱਤੀ ਗਈ ਹੈ ਲਾਅ ਦੁਆਰਾ, ਔਰ ਟ੍ਰੀਟਡ ਐਜ਼ ਟੂ ਡਿਫਰੈਂਟ ਪਰਸਨਸ। ਇਹਨਾਂ ਦੋ ਨੂੰ ਅਲੱਗ-ਅਲੱਗ ਪਰਸਨਸ ਮੰਨਿਆ ਜਾਂਦਾ ਹੈ। ਹੁਣ ਦੇਖੋ ਜਿਵੇਂ ਬਿਜ਼ਨਸ ਤੇ ਬਿਜ਼ਨਸਮੈਨ, ਬਿਜ਼ਨਸਮੈਨ ਇੱਕ ਨੈਚੁਰਲ ਪਰਸਨ ਹੈ ਔਰ ਬਿਜ਼ਨਸ ਇੱਕ ਆਰਟੀਫਿਸ਼ੀਅਲ ਪਰਸਨ ਹੈ ਜੋ ਕਿ ਕ੍ਰੀਏਟਡ ਬਾਏ ਲਾਅ, ਜਿਸ ਨੂੰ ਕਿ ਕਾਨੂੰਨ ਨੇ ਪੈਦਾ ਕੀਤਾ ਆਫਟਰ ਗੈਟਿੰਗ ਰਜਿਸਟਰਡ। ਜਦੋਂ ਅਸੀਂ ਬਿਜ਼ਨਸ ਨੂੰ ਰਜਿਸਟਰਡ ਕਰ ਦਿੰਦੇ ਹਾਂ ਉਦੋਂ ਬਿਜ਼ਨਸ ਦੀ ਇੱਕ ਅਲੱਗ ਆਈਡੈਂਟੀਟੀ ਬਣ ਜਾਂਦੀ ਹੈ ਤੇ ਉਹਦੇ ਓਨਰ ਦੀ ਇੱਕ ਅਲੱਗ ਆਈਡੈਂਟੀਟੀ ਬਣ ਜਾਂਦੀ ਹੈ। ਹੁਣ ਜਦੋਂ ਅਸੀਂ ਅੱਗੇ ਚੱਲਦੇ ਹਾਂ, ਜਿਵੇਂ ਇੱਥੇ ਅਸੀਂ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਇੱਕ, ਅਸੀਂ ਕਿਸੇ ਬਿਜ਼ਨਸ ਦਾ ਕੋਈ ਵੀ ਪ੍ਰੋਡਕਟ ਯੂਜ਼ ਕਰਦੇ ਹਾਂ। ਹੁਣ ਦੇਖੋ ਪ੍ਰੋਡਕਟ ਬਣਾਇਆ ਤਾਂ ਕਿਸੇ ਨਾ ਕਿਸੇ ਪਰਸਨ ਨਹੀਂ ਹੈ, ਕਿਸੇ ਮਾਲਕ ਨਹੀਂ ਬਣਾਇਆ, ਕੰਮ ਕਰਨ ਵਾਲੇ ਕਿਸੇ ਵਰਕਰ ਨੇ ਬਣਾਇਆ। ਉਸ ਪ੍ਰੋਡਕਟ ਦੇ ਵਿੱਚ ਕੋਈ ਡਿਫੈਕਟ ਨਿਕਲ ਆਉਂਦਾ, ਅਸੀਂ ਕੇਸ ਕਿਸ ਤੇ ਕਰਦੇ ਹਾਂ? ਕੇਸ ਅਸੀਂ ਕਰਾਂਗੇ ਡਾਇਰੈਕਟ ਕੰਪਨੀ ਤੇ। ਹੁਣ ਅਗਰ ਇਹ ਕਹਿ ਦਿੱਤਾ ਜਾਵੇ ਕਿ ਕੰਪਨੀ ਕੌਣ ਹੈ? ਕੰਪਨੀ ਤਾਂ ਕਿਤੇ ਐਗਜ਼ਿਸਟ ਹੀ ਨਹੀਂ ਕਰਦੀ, ਉਹ ਤਾਂ ਜਸਟ ਇੱਕ ਬਿਲਡਿੰਗ ਹੈ। ਕੱਲ੍ਹ ਨੂੰ ਬਿਲਡਿੰਗ ਤੋੜ ਦੋਗੇ ਤਾਂ ਕਿਆ ਕੰਪਨੀ ਖਤਮ ਹੋ ਜਾਏਗੀ? ਨੋ। ਬਿਲਡਿੰਗ ਤਾਂ ਉਹਦਾ ਇੱਕ ਰੈਜ਼ੀਡੈਂਸ਼ੀਅਲ ਐਡਰੈਸ ਸੀ, ਲੇਕਿਨ ਕੰਪਨੀ ਸਟਿਲ ਐਗਜ਼ਿਸਟ ਕਰੂਗੀ। ਜਿਵੇਂ ਕਿ ਘਰ ਟੁੱਟਣ ਤੋਂ ਬੰਦੇ ਦੀ ਆਈਡੈਂਟੀਟੀ ਖਤਮ ਨਹੀਂ ਹੋ ਜਾਂਦੀ ਅਗਰ ਉਹਦੇ ਨੀਚੇ ਆ ਕੇ ਮਰ ਨਹੀਂ ਜਾਂਦਾ ਤਾਂ। ਬੰਦਾ ਅਗਰ ਬਾਹਰ ਹੈ, ਘਰ ਉਹਦਾ ਟੁੱਟ ਗਿਆ ਤਾਂ ਬੰਦੇ ਦੀ ਆਈਡੈਂਟੀਟੀ ਹਜੇ ਵੀ ਹੈ, ਲੇਕਿਨ ਉਸ ਦਾ ਜੋ ਰੈਜ਼ੀਡੈਂਸ਼ੀਅਲ ਐਡਰੈਸ ਸੀ ਸ਼ਾਇਦ ਉਹ ਖਤਮ ਹੋ ਜਾਏਗਾ, ਹੁਣ ਉਹ ਕਿਤੇ ਹੋਰ ਜਾ ਕੇ ਰਹੂਗਾ। ਜਿਵੇਂ ਕਿ ਅਸੀਂ ਸਾਰੇ ਕਿਸੇ ਨਾ ਕਿਸੇ ਸਕੂਲ, ਕਿਸੇ ਨਾ ਕਿਸੇ ਕਾਲਜ ਦੇ ਅੰਦਰ ਪੜ੍ਹਦੇ ਹਾਂ। ਹੁਣ ਉੱਥੋਂ ਦਾ ਪ੍ਰਿੰਸੀਪਲ ਕੌਣ ਹੈ ਡਜ਼ਨਟ ਮੈਟਰ, ਸਾਨੂੰ ਜੋ ਸਰਟੀਫਿਕੇਟ ਮਿਲੇਗਾ ਉਹ ਕਿਸ ਤੋਂ ਮਿਲੇਗਾ? ਸਕੂਲ ਤੋਂ ਮਿਲੇਗਾ। ਜਦੋਂ ਵੀ ਅਸੀਂ ਬਾਹਰ ਸਾਨੂੰ ਕੋਈ ਪੁੱਛਦਾ ਹੈ ਕਿੱਥੇ ਪੜ੍ਹਦੇ ਹੋ ਤਾਂ ਅਸੀਂ ਪ੍ਰਿੰਸੀਪਲ ਦਾ ਨਾਮ ਜਾਂ ਟੀਚਰ ਦਾ ਨਾਮ ਨਹੀਂ ਲੈਂਦੇ, ਅਸੀਂ ਕਿਸ ਦਾ ਨਾਮ ਲਵਾਂਗੇ? ਉਸ ਸਕੂਲ, ਉਸ ਕਾਲਜ ਦਾ ਨਾਮ ਲੈਂਦੇ ਹਾਂ, ਉਸ ਯੂਨੀਵਰਸਿਟੀ ਦਾ ਨਾਮ ਲੈਂਦੇ ਹਾਂ, ਕਿਉਂਕਿ ਨਾਮ ਚੱਲ ਕਿਸ ਦਾ ਰਿਹਾ ਤਾਂ ਉਹ ਆਰਟੀਫਿਸ਼ੀਅਲ ਪਰਸਨਸ ਨੇ ਸਾਰੇ। ਇਸੇ ਕਰਕੇ ਇੱਥੇ ਲਾਅ ਨੇ ਕਿਹਾ ਕਿ ਬਿਜ਼ਨਸ ਐਂਡ ਬਿਜ਼ਨਸਮੈਨ ਦੋਨੋਂ ਨੂੰ ਅਲੱਗ-ਅਲੱਗ ਪਰਸਨ ਜੋ ਹੈ ਟਰੀਟ ਕੀਤਾ ਜਾਏਗਾ। ਹੁਣ ਐਪਲੀਕੇਸ਼ਨ ਔਰ ਅਡੋਪਸ਼ਨ of this concept has helped in accounting as fairly free from any biasness, more objective in nature। ਅਸੀਂ ਕੋਈ ਪੱਖਪਾਤ ਨਹੀਂ ਕਰਦੇ ਇਸ ਦੇ ਵਿੱਚ, ਕਿਉਂਕਿ ਦੋਨੋਂ ਅਲੱਗ-ਅਲੱਗ ਪਰਸਨ ਹੋ ਜਾਂਦੇ ਆ। ਠੀਕ ਹੈ ਜੀ। ਹੁਣ ਇਹ ਜਿਹੜਾ ਕਨਸੈਪਟ ਹੈ ਇਸ ਨੂੰ ਕਿੱਥੇ ਮੰਨਿਆ ਜਾਂਦਾ ਹੈ, ਕਿਹੜੀਆਂ-ਕਿਹੜੀਆਂ ਟ੍ਰਾਂਜੈਕਸ਼ਨ ਜਿਹੜੀਆਂ ਹੈ ਸ਼ੈਲ ਕਲੀਅਰ ਟੂ ਰਿਕਾਰਡ ਹੁੰਦੀਆਂ, ਤਾਂ ਉਹਦੇ ਲਈ ਹੈ ਬਿਜ਼ਨਸ ਟ੍ਰਾਂਜੈਕਸ਼ਨ ਵਰਸਸ ਪਰਸਨਲ ਟ੍ਰਾਂਜੈਕਸ਼ਨ ਆਫ ਦਾ ਓਨਰ। ਹੁਣ ਦੇਖੋ ਜੋ ਬਿਜ਼ਨਸ ਟ੍ਰਾਂਜੈਕਸ਼ਨ ਆ ਉਹਦੇ ਲਈ ਉਹ ਬਿਜ਼ਨਸ ਦੇ ਵਿੱਚ ਕਿਸੇ ਵੀ ਇੰਪਲੋਈ ਦੀ ਸੈਲਰੀ ਦੇ ਰਿਹਾ, ਪਲੱਸ ਉਹਦੇ ਘਰ ਦੇ ਵਿੱਚ ਇੱਕ ਸਵੀਪਰ ਕੰਮ ਕਰਦਾ ਉਹਨੂੰ ਉਹ ਸੈਲਰੀ ਦੇ ਰਿਹਾ। ਦੇਖੋ ਹੁਣ ਜੋ ਉਹਨੇ ਘਰ 'ਚ ਸਵੀਪਰ ਦੀ ਸੈਲਰੀ ਦਿੱਤੀ ਉਹਦਾ ਇੱਕ ਪਰਸਨਲ ਖਰਚਾ ਹੈ, ਉਹ ਆ ਕੇ ਬਿਜ਼ਨਸ 'ਚ ਰਿਕਾਰਡ ਨਹੀਂ ਕਰੂਗਾ, ਔਰ ਜੋ ਬਿਜ਼ਨਸ ਦਾ ਖਰਚਾ ਹੈ ਉਹ ਆਪਣੇ ਉਹ ਘਰ 'ਚ ਜਾ ਕੇ ਰਿਕਾਰਡ ਨਹੀਂ ਕਰੂਗਾ, ਉਹ ਬਿਜ਼ਨਸ ਦੀਆਂ ਬੁੱਕਸ 'ਚ ਜਾਏਗਾ, ਔਰ ਜੋ ਘਰ ਦਾ ਹੈ ਉਹ ਬਿਜ਼ਨਸ ਦੀਆਂ ਬੁੱਕਸ ਦੇ ਵਿੱਚ ਨਹੀਂ ਆਊਗਾ। ਸੈਕੰਡ ਹੈ ਬਿਜ਼ਨਸ ਐਸੈਟਸ ਐਂਡ ਲਾਇਬਿਲਿਟੀਜ਼ ਵਰਸਸ ਪਰਸਨਲ ਐਸੈਟਸ ਐਂਡ ਲਾਇਬਿਲਿਟੀਜ਼ ਆਫ ਦੀ ਓਨਰ। ਹੁਣ ਅਗਰ ਦੇਖੋ ਬਿਜ਼ਨਸਮੈਨ ਜਿਹੜਾ ਹੈ ਉਹ ਕੀ ਕਰੇਗਾ? ਬਿਜ਼ਨਸ ਦੀ ਐਸੈਟ ਨੂੰ ਘਰੇ ਲੈ ਕੇ ਜਾਏਗਾ, ਠੀਕ ਹੈ, ਤਾਂ ਉਹ ਐਸੈਟ ਉਸ ਨੂੰ ਬਿਜ਼ਨਸ ਨੂੰ ਵਾਪਸ ਕਰਨੀ ਪਏਗੀ, ਕਿਉਂਕਿ ਇੱਥੇ ਦੋ ਅਲੱਗ-ਅਲੱਗ ਪਰਸਨਸ ਨੇ। ਹੁਣ ਇਹਦੇ ਲਈ ਮੋਸਟ ਇੰਪੋਰਟੈਂਟ ਕੀ ਚੀਜ਼ ਆ ਜਾਂਦੀ ਹੈ? ਉਹਦੀ ਕੈਪੀਟਲ। ਜਿਵੇਂ ਕਿ ਬਿਜ਼ਨਸਮੈਨ ਨੇ ਬਿਜ਼ਨਸ ਸਟਾਰਟ ਕਰਦੇ ਟਾਈਮ ਕੁਝ ਮਨੀ ਔਰ ਐਸੈਟਸ ਬਿਜ਼ਨਸ 'ਚ ਇਨਵੈਸਟ ਕੀਤੀਆਂ, ਉਹਨੂੰ ਅਸੀਂ ਕੀ ਕਹਿ ਦਿੱਤਾ? ਕੈਪੀਟਲ। ਉਹ ਪੈਸਾ ਉਹ ਬਿਜ਼ਨਸ ਤੋਂ ਵਾਪਸ ਲਏਗਾ ਅਲੋਂਗ ਵਿਦ ਇੰਟਰਸਟ, ਔਰ ਅਗਰ ਉਹ ਬਿਜ਼ਨਸ ਤੋਂ ਉਹੀ ਪੈਸਾ ਕਦੇ ਨਾ ਕਦੇ ਆਪਣੇ ਪਰਸਨਲ ਯੂਜ਼ ਲਈ ਵਿਡਰਾਅ ਕਰ ਲੈਂਦਾ ਹੈ ਤਾਂ ਹੁਣ ਕੀ ਹੋਊਗਾ? ਬਿਜ਼ਨਸ ਉਸ ਤੋਂ ਉਹ ਪੈਸਾ ਵਾਪਸ ਲਊਗਾ, ਨਹੀਂ ਤਾਂ ਕੀ ਹੋਊਗਾ? ਉਸ ਦੀ ਕੈਪੀਟਲ 'ਚੋਂ ਉਹ ਅਮਾਊਂਟ ਕੱਟ ਲਏਗਾ। ਫੋਰ ਐਗਜ਼ਾਮਪਲ ਕਿ ਦੋ ਪਰਸਨ ਹੈ, ਇੱਕ ਪਰਸਨ ਨੇ ਦੂਸਰੇ ਪਰਸਨ ਤੋਂ 1 ਲੱਖ ਰੁਪਇਆ ਲਿਆ।
ਹੁਣ ਉਸਦੇ ਕੋਲ 1 ਲੱਖ ਰੁਪਇਆ ਆ ਗਿਆ, ਇਟ ਮੀਨਸ ਕੈਸ਼ ਉਹਦੀ ਐਸਟ ਬਣ ਗਈ, ਲੇਕਿਨ 1 ਲੱਖ ਉਸਦਾ ਆਪਣਾ ਨਹੀਂ ਹੈ, ਉਹ 1 ਲੱਖ ਉਸਨੇ ਦੂਸਰੇ ਪਰਸਨ ਨੂੰ ਵਾਪਸ ਕਰਨਾ ਹੈ, ਤਾਂ ਉਸ ਦੀ ਲਾਇਬਿਲਿਟੀ ਵੀ ਬਣ ਜਾਏਗੀ, ਮਤਲਬ ਐਸਟ ਵੀ ਕ੍ਰੀਏਟ ਹੋਗੀ, ਲਾਇਬਿਲਿਟੀ ਵੀ ਕ੍ਰੀਏਟ ਹੋਗੀ। ਔਰ ਕਦੇ ਤੁਰੇ ਜਾਂਦੇ ਅਗਰ ਦੂਸਰਾ ਪਰਸਨ ਜਿਹੜਾ ਸੀ ਉਹ ਕਹਿੰਦਾ ਕਿ 10,000 ਰੁਪਇਆ ਦਈ, ਮੈਨੂੰ ਲੋੜ ਹੈ, ਤਾਂ ਉਹ 10,000 ਰੁਪਇਆ ਅਗਰ ਲੈ ਗਿਆ, ਤਾਂ ਅਗਰ ਉਹ 10,000 ਉਸ ਨੂੰ ਵਾਪਸ ਵੀ ਕਰ ਦਿੰਦਾ ਤਾਂ ਠੀਕ, ਅਗਰ ਨਹੀਂ ਕਰੇਗਾ ਤਾਂ ਹੁਣ ਉਸ ਦੀ ਲਾਇਬਿਲਿਟੀ ਕਿੰਨੀ ਰਹੇਗੀ, 90,000 ਦੀ, ਕਿਉਂਕਿ 10 ਉਹ ਆਲਰੇਡੀ ਲੈ ਗਿਆ। ਸੋ ਇਸ ਕਰਕੇ ਜਿਹੜਾ ਇਹ ਕਨਸੈਪਟ ਆ ਬੜਾ ਇੰਪੋਰਟੈਂਟ ਹੈ, ਜੋ ਕਿ ਸਾਡੀਆਂ ਬਿਜ਼ਨਸ ਟ੍ਰਾਂਜੈਕਸ਼ਨ ਪਰਸਨਲ ਟ੍ਰਾਂਜੈਕਸ਼ਨ ਨੂੰ ਡਿਫਰ ਕਰਦਾ ਹੈ, ਜਿਸ ਨੇ ਕਿ ਕੈਪੀਟਲ ਡਰਾਇੰਗ ਦਾ ਇੱਕ ਕਨਸੈਪਟ ਜਿਹੜਾ ਹੈ ਉਹ ਕ੍ਰੀਏਟ ਕੀਤਾ। ਬਿਜ਼ਨਸ ਦੀਆਂ ਐਸੈਟਸ ਐਂਡ ਲਾਇਬਿਲਿਟੀਜ਼ ਨੂੰ ਤੇ ਪਰਸਨਲ ਐਸੈਟਸ ਐਂਡ ਲਾਇਬਿਲਿਟੀਜ਼ ਨੂੰ ਅਲੱਗ-ਅਲੱਗ ਰੱਖਿਆ। ਅਗਰ ਬਿਜ਼ਨਸਮੈਨ ਜਿਹੜਾ ਹੈ ਆਪਣੇ ਘਰ ਦੇ ਵਿੱਚ ਏਸੀ ਲੈ ਕੇ ਆਉਂਦਾ, ਲਗਾ ਦਿੰਦਾ, ਤਾਂ ਉਹਦਾ ਖਰਚਾ ਉਹ ਬਿਜ਼ਨਸ 'ਚ ਨਹੀਂ ਪਾਊਗਾ। ਔਰ ਅਗਰ ਉਹ ਆਪਣੇ ਘਰ ਵਾਸਤੇ ਇੱਕ ਕਾਰ ਲੈ ਕੇ ਆਇਆ ਤਾਂ ਉਹ ਬਿਜ਼ਨਸ ਦੇ ਖਰਚੇ ਦੇ ਵਿੱਚੋਂ ਨਹੀਂ ਲੈ ਕੇ ਆਏਗਾ, ਠੀਕ ਹੈ। ਔਰ ਜੋ ਬਿਜ਼ਨਸ ਦੇ ਵਿੱਚ ਜੋ ਗੱਡੀਆਂ ਚੱਲਦੀਆਂ ਉਹਦੇ ਵਿੱਚ ਉਹਦੇ ਖਰਚੇ ਜਿਹੜੇ ਹੈ ਉਹ ਘਰ ਦੇ ਵਿੱਚ ਨਹੀਂ ਪੈਣਗੇ। ਬਿਜ਼ਨਸ ਇਨਕਮ ਵਰਸਸ ਪਰਸਨਲ ਇਨਕਮ ਆਫ ਓਨਰ। ਹੁਣ ਬਿਜ਼ਨਸ ਦੀ ਇਨਕਮ ਅਲੱਗ ਹੋਏਗੀ, ਪਰਸਨਲ ਇਨਕਮ ਜਿਹੜੀ ਹੈ ਓਨਰ ਦੀ ਉਹ ਅਲੱਗ ਹੋਏਗੀ। ਪਰਸਨਲ ਇਨਕਮ ਦੇ ਉੱਪਰ ਆਪਣਾ ਇਨਕਮ ਟੈਕਸ ਪੇ ਕਰੂਗਾ, ਬਿਜ਼ਨਸ ਦੀ ਇਨਕਮ ਦੇ ਉੱਪਰ ਬਿਜ਼ਨਸ ਜਿਹੜਾ ਹੈ ਉਹ ਟੈਕਸ ਪੇ ਕਰੇਗਾ। ਕਲੀਅਰ ਇੰਪਲੀਕੇਸ਼ਨ ਆਫ ਦਿਸ ਕਨਸੈਪਟ। ਹੁਣ ਦੇਖੋ ਜੋ ਅਸੀਂ ਇੱਥੇ ਤੱਕ ਇਹ ਸਾਰਾ ਕੁਝ ਪੜ੍ਹਿਆ, ਇਹੀ ਇਹਦੀ ਇੰਪਲੀਮੈਂਟੇਸ਼ਨ ਹੈ ਕਿ ਇਸ ਕਨਸੈਪਟ ਨੂੰ ਯੂਜ਼ ਕਿੱਥੇ ਕੀਤਾ ਜਾਂਦਾ ਹੈ। ਹੁਣ ਅਸੀਂ ਇਹਦਾ ਯੂਜ਼ ਵੀ ਪੜ੍ਹ ਲੈਂਦੇ ਹਾਂ। ਯੂਜ਼ ਟੂ ਡਿਫਰੈਂਸ਼ੀਏਟ ਬਿਟਵੀਨ ਪਰਸਨਲ ਐਜ਼ ਬਿਜ਼ਨਸ ਟ੍ਰਾਂਜੈਕਸ਼ਨਸ, ਪਰਸਨਲ ਕੈਸ਼ ਔਰ ਐਸਟ ਇੰਟਰੋਡਿਊਸਡ ਵਿਲ ਬੀ ਟ੍ਰੀਟਡ ਐਜ਼ ਕੈਪੀਟਲ। ਅਗਰ ਬਿਜ਼ਨਸਮੈਨ ਜਿਹੜਾ ਹੈ ਆਪਣਾ ਪਰਸਨਲ ਕੈਸ਼ ਜਾਂ ਪਰਸਨਲ ਐਸਟ ਜਿਹੜੀ ਹੈ ਬਿਜ਼ਨਸ ਦੇ ਵਿੱਚ ਇੰਟਰੋਡਿਊਸ ਕਰ ਦਿੰਦਾ ਹੈ, ਇਨਵੈਸਟ ਕਰ ਦਿੰਦਾ ਹੈ, ਤਾਂ ਉਸ ਨੂੰ ਕੈਪੀਟਲ ਮੰਨਿਆ ਜਾਏਗਾ। ਕੈਪੀਟਲ ਜੋ ਹੁੰਦੀ ਹੈ, ਇਹ ਅਸੀਂ ਪਹਿਲਾਂ ਡਿਸਕਸ ਕੀਤਾ ਸੀ ਟਰਮੀਨੋਲੋਜੀ ਦੇ ਅੰਡਰ, ਕਿ ਕੈਪੀਟਲ ਓਨਰ ਨੂੰ ਰੀਪ੍ਰਜੈਂਟ ਕਰਦੀ ਹੈ। ਇਟ ਮੀਨਸ ਕੈਪੀਟਲ ਕੀ ਹੈ, ਇੱਕ ਰੀਪ੍ਰਜੈਂਟੇਟਿਵ ਅਕਾਊਂਟ ਆਫ ਓਨਰ ਹੈ, ਠੀਕ ਹੈ। ਬਿਜ਼ਨਸ ਦੇ ਲਈ ਇਹ ਲਾਇਬਿਲਿਟੀ ਬਣ ਜਾਂਦੀ ਹੈ ਕਿ ਇਹ ਪੈਸਾ, ਇਹ ਐਸਟ ਉਸਨੇ ਮਾਲਕ ਨੂੰ ਵਾਪਸ ਕਰਨੀ ਹੈ। ਕੈਸ਼ ਔਰ ਐਸਟ ਵਿਦਡਰਾਨ ਫਰੋਮ ਦ ਬਿਜ਼ਨਸ ਫॉर ਪਰਸਨਲ ਯੂਜ਼ ਬਾय ਦ ਓਨਰ ਵਿਲ ਟ੍ਰੀਟਡ ਐਜ਼ ਡਰਾਇੰਗ। ਅਗਰ ਉਹ ਇਹੀ ਚੀਜ਼ਾਂ ਆਪਣੇ ਪਰਸਨਲ ਯੂਜ਼ ਲਈ ਬਿਜ਼ਨਸ ਚੋਂ ਕਢਵਾ ਕੇ ਲੈ ਜਾਂਦਾ ਹੈ ਤਾਂ ਉਸ ਨੂੰ ਡਰਾਇੰਗ ਮੰਨਿਆ ਜਾਂਦਾ ਹੈ। ਇਹ ਓਬਲੀਗੇਸ਼ਨ ਹੈ ਓਨਰ ਦੀ ਟੂਵਰਡ ਦਾ ਬਿਜ਼ਨਸ। ਦੇਖੋ ਪਹਿਲੀ ਓਬਲੀਗੇਸ਼ਨ ਸੀ ਬਿਜ਼ਨਸ ਦੀ ਟੂਵਰਡ ਦਾ ਓਨਰ, ਦੂਸਰੀ ਓਬਲੀਗੇਸ਼ਨ ਹੈ ਓਨਰ ਦੀ ਟੂਵਰਡ ਦਾ ਬਿਜ਼ਨਸ, ਕਿ ਉਹ ਜੋ ਪੈਸਾ ਉਸਨੇ ਆਪਣੇ ਪਰਸਨਲ ਯੂਜ਼ ਲਈ ਕਢਵਾਇਆ ਇਹ ਬਿਜ਼ਨਸ ਨੂੰ ਵਾਪਸ ਕਰੇਗਾ, ਨਹੀਂ ਤਾਂ ਉਸ ਦੀ ਕੈਪੀਟਲ ਚੋਂ ਇਹ ਪੈਸਾ ਕੱਟ ਲਿਆ ਜਾਏਗਾ। ਕਲੀਅਰ। ਨੈਕਸਟ ਹੈ ਆਪਣੇ ਕੋਲ ਮਨੀ ਮੈਜ਼ਰਮੈਂਟ ਕਨਸੈਪਟ। ਹੁਣ ਦੇਖੋ ਜਦੋਂ ਅਸੀਂ ਅਕਾਊਂਟਿੰਗ ਦੀ ਬੁੱਕ ਕੀਪਿੰਗ ਦੀ ਡੈਫੀਨੇਸ਼ਨ ਕਰਦੇ ਹਾਂ ਤਾਂ ਉਹਦੇ ਅੰਦਰ ਅਸੀਂ ਆਲਰੇਡੀ ਡਿਸਕਸ ਕੀਤਾ ਕਿ ਐਨਾਲਾਈਜ਼ ਕੀਤੀ ਜਾਂਦੀ ਹੈ ਇੱਕ ਟ੍ਰਾਂਜੈਕਸ਼ਨ ਰਿਕਾਰਡ ਕਰਨ ਤੋਂ ਪਹਿਲਾਂ। ਐਨਾਲਾਈਜ਼ ਦਾ ਮਤਲਬ ਕਿ ਸਿਰਫ ਉਹੀ ਟ੍ਰਾਂਜੈਕਸ਼ਨ ਰਿਕਾਰਡ ਕੀਤੀ ਜਾਂਦੀ ਹੈ ਵਿਚ ਇਜ਼ ਮੈਜ਼ਰੇਬਲ ਇਨ ਟਰਮਸ ਆਫ ਮਨੀ ਹੋਏਗੀ। ਹੁਣ ਉੱਥੇ ਉਹ ਚੀਜ਼ ਕਿਹਨੇ ਸਿਖਾਈ ਸੀ, ਉਹ ਇਹ ਕਨਸੈਪਟ ਉੱਥੇ ਫੋਲੋ ਕੀਤਾ ਜਾਂਦਾ, ਹੋਰ ਕੁਝ ਨਹੀਂ। This concept describes that any transaction which is occurred during the financial year should be measurable in terms of money. ਅਗਰ ਉਸ ਟ੍ਰਾਂਜੈਕਸ਼ਨ ਨੂੰ ਅਸੀਂ ਮਨੀ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ, ਅਗਰ ਉਸ ਦਾ ਕੋਈ ਮੁੱਲ ਹੋਏਗਾ ਤਦ ਹੀ ਉਹ ਟ੍ਰਾਂਜੈਕਸ਼ਨ ਜਿਹੜੀ ਹੈ ਕਿਤਾਬਾਂ 'ਚ ਰਿਕਾਰਡ ਕੀਤੀ ਜਾਏਗੀ। ਇਨ ਅਦਰ ਵਰਡਸ, any transaction which is not measurable in terms of money or having no financial value cannot be recorded in the accounts. ਇਹ ਸਾਡੀਆਂ ਬੁੱਕਸ ਦੇ ਵਿੱਚ ਰਿਕਾਰਡ ਨਹੀਂ ਕੀਤੀ ਜਾਂਦੀ, ਇਰਰਿਸਪੈਕਟਿਵ ਹਾਊ ਇੰਪੋਰਟੈਂਟ ਦੈਟ ਟ੍ਰਾਂਜੈਕਸ਼ਨ ਇਜ਼। ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਫਿਰ ਉਹ ਟ੍ਰਾਂਜੈਕਸ਼ਨ ਕਿੰਨੀ ਕੁ ਸਾਡੇ ਲਈ ਇੰਪੋਰਟੈਂਟ ਹੈ। ਹੁਣ ਅਸੀਂ ਜਦੋਂ ਅਕਾਊਂਟਿੰਗ ਦੀਆਂ ਲਿਮਿਟੇਸ਼ਨਸ ਕੀਤੀਆਂ ਸੀ ਤਾਂ ਉੱਥੇ ਅਸੀਂ ਇਸ ਲਿਮਿਟੇਸ਼ਨ ਨੂੰ ਲੈ ਕੇ ਆਏ ਸੀ ਕਿ ਨਾਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਅਕਾਊਂਟਿੰਗ ਜਾਂ ਬੁੱਕ ਕੀਪਿੰਗ ਰਿਕਾਰਡ ਨਹੀਂ ਕਰਦੀ, ਜਦ ਕਿ ਉਹ ਟ੍ਰਾਂਜੈਕਸ਼ਨਸ ਬਿਜ਼ਨਸ ਦੇ ਲਈ ਬਹੁਤ ਇੰਪੋਰਟੈਂਟ ਹੋ ਸਕਦੀਆਂ ਸੀ। ਤਦ ਵੀ ਅਕਾਊਂਟਿੰਗ ਦੇ ਵਿੱਚ ਉਹਨਾਂ ਦੀ ਕੋਈ ਪਲੇਸ ਨਹੀਂ ਹੁੰਦੀ। ਉਹ ਕਿੱਥੋਂ ਆਈਆਂ ਗੱਲਾਂ, ਉਹ ਇਸ ਕਨਸੈਪਟ ਤੋਂ ਆਈਆਂ। ਕਲੀਅਰ ਹੈ ਜੀ। ਨੈਕਸਟ ਕਨਸੈਪਟ ਹੈ ਸਾਡਾ ਗੋਇੰਗ ਕੰਸਰਨ ਕਨਸੈਪਟ। ਹੁਣ ਦੇਖੋ ਇਹਦੀ ਅਸੀਂ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਅਜ਼ੰਪਸ਼ਨ ਦੇ ਅੰਦਰ, ਕਿ ਗੋਇੰਗ ਕੰਸਰਨ ਕਨਸੈਪਟ ਸਾਨੂੰ ਕੀ ਬੋਲਦਾ ਹੈ, ਹੋਲਡ ਐਨ ਅਜ਼ੰਪਸ਼ਨ that unless until there is
एविडेंस टू कॉन्ट्रेरी टू द एग्जिस्टेंस ऑफ बिजनेस। जब तक कहते ये कोई प्रूफ नहीं मिल जाता कि बिजनेस जड़ी है उसकी एग्जिस्टेंस खत्म होने वाली है, जब तक ये प्रूफ नहीं मिल जाता। वो प्रूफ की होगा? सपोज करो कोर्ट ने ऑर्डर पास कर दिते कि बिजनेस बंद कर दो, दैट मीनस प्रूफ मिल गया। अनलैस अंटिल जब तक सानू बिजनेस की एग्जिस्टेंस के खिलाफ कोई प्रूफ नहीं मिल जाता, बिजनेस जड़ा है विल कॉन्टिन्यू फॉर अ लॉन्ग पीरीयड इन द फ्यूचर। ਹੁਣ बड़ी छोटी जी एग्जाम्पल ਇਹਦੀ ਰਿਲਾयंस ਕਾਰਪੋਰੇਸ਼ਨ ਧੀਰੂ ਭਾਈ ਅੰਬਾਨੀ ਦੁਆਰਾ ਸਟਾਰਟ ਕੀਤੀ ਗਈ ਸੀ। ਜਦੋਂ ਉਹਨੇ ਸਟਾਰਟ ਕੀਤੀ ਤਾਂ ਉਹਨੇ ਕੀ ਸੋਚਿਆ ਹੋਊਗਾ ਕਿ ਮੈਂ 5 ਸਾਲ ਜਾਂ 10 ਸਾਲ ਲਈ ਸਟਾਰਟ ਕਰਨ ਲੱਗਿਆ ਇੱਕ ਬਿਜ਼ਨਸ ਨੂੰ? ਨੋ। ਉਹਨੇ ਬਿਜ਼ਨਸ ਸਟਾਰਟ ਕੀਤਾ, ਖੁਦ ਮਰ ਗਿਆ, ਹੁਣ ਉਹਦੇ ਬੇਟੇ ਚਲਾ ਰਹੇ ਆ, ਇਹ ਮਰ ਜਾਣਗੇ, ਇਸ ਤੋਂ ਅਗਲੀ ਫੈਮਿਲੀ ਚਲਾਊਗੀ। ਇਟ ਮੀਨਸ ਕਿ ਇੱਕ ਬਿਜ਼ਨਸ ਦੀ ਕੋਈ ਲਾਈਫ ਨਹੀਂ ਹੁੰਦੀ, ਉਸ ਦੀ ਲਾਈਫ ਇਕੁਅਲ ਟੂ ਇਨਫਿਨਿਟੀ ਹੁੰਦੀ ਹੈ। ਅਨਲੈਸ ਅੰਟਿਲ ਜਦ ਤੱਕ ਉਸ ਦੀ ਐਗਜ਼ਿਸਟੈਂਸ ਦੇ ਅਗੇਂਸਟ ਕੋਈ ਸਾਨੂੰ ਪ੍ਰੂਫ ਨਹੀਂ ਮਿਲ ਜਾਂਦਾ। ਜਿਸ ਤਰ੍ਹਾਂ ਪਰਲ ਕੰਪਨੀ ਵਗੈਰਾ ਆਈ, ਦੇਖੋ ਜਦੋਂ ਸਟਾਰਟ ਕੀਤੀ ਗਈ ਸੀ ਤਾਂ ਉਹਦੀ ਲਾਈਫ ਵੀ ਇਨਫਿਨਿਟੀ ਦੇ ਬਰਾਬਰ ਸੀ, ਲੇਕਿਨ ਉਹਦੀ ਐਗਜ਼ਿਸਟੈਂਸ ਦੇ ਖਿਲਾਫ ਸਾਨੂੰ ਪ੍ਰੂਫ ਮਿਲ ਗਿਆ ਕਿ ਉਸਨੇ ਲੋਕਾਂ ਦੇ ਨਾਲ ਫਰਾਡ ਕੀਤਾ। ਉਹ ਫਰਾਡ ਉਸ ਦੀ ਐਗਜ਼ਿਸਟੈਂਸ ਦੇ ਕੌਂਟਰੇਰੀ ਹੋ ਗਿਆ। ਹੁਣ ਜਿਸ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਜਿਹੜੀ ਫਰਮ ਹੈ, ਉਹ ਕੰਪਨੀ ਜਿਹੜੀ ਹੈ ਉਹ ਕੀ ਕਰ ਦਿੱਤੀ ਗਈ? ਬੰਦ ਕਰ ਦਿੱਤੀ ਗਈ। ਕਲੀਅਰ? With this view, there is no question that our business is about dissolve, liquidate, wind up or sold. ਇਹ ਕੋਈ ਕੁਐਸਚਨ ਰਾਈਜ਼ ਨਹੀਂ ਹੁੰਦਾ ਕਿ ਅਸੀਂ ਆਪਣਾ ਬਿਜ਼ਨਸ ਜਿਹੜਾ ਹੈ ਉਹਨੂੰ ਬੰਦ ਕਰਨ ਲੱਗੇ, ਉਹਨੂੰ ਲਿਕੁਇਡੇਟ ਕਰਨ ਲੱਗੇ ਜਾਂ ਉਸਨੂੰ ਅਸੀਂ ਸੇਲ ਆਊਟ ਕਰਨ ਵਾਸਤੇ ਬਣਾਇਆ। ਨੀਡ ਆਫ ਦਾ ਕਨਸੈਪਟ ਕੀ ਹੈ? ਹੁਣ ਇਹ ਕਨਸੈਪਟ ਜਿਹੜਾ ਹੈ ਕਿਉਂ ਬਣਿਆ ਔਰ ਇਹਦੀ ਵਰਤੋਂ ਕਿੱਥੇ ਹੁੰਦੀ ਹੈ? ਐਸਟ ਆਫ ਦਾ ਬਿਜ਼ਨਸ ਆਰ ਰਿਕਾਰਡਡ ਐਟ ਕੋਸਟ ਪ੍ਰਾਈਸ ਐਂਡ ਨਾਟ ਔਨ ਦਾ ਮਾਰਕੀਟ ਪ੍ਰਾਈਸ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਇੱਕ ਲਿਮਿਟੇਸ਼ਨਸ ਵੀ ਸੀ ਸਾਡੀ ਕਿ ਜਦੋਂ ਅਸੀਂ ਲਿਮਿਟੇਸ਼ਨਸ ਪੜ੍ਹੀਆਂ ਉਹਦੇ ਅੰਦਰ ਆਇਆ ਕਿ ਬਿਜ਼ਨਸ ਜਿਹੜਾ ਅਕਾਊਂਟਿੰਗ ਜਿਹੜੀ ਹੈ ਉਹ ਸਾਨੂੰ ਹਿਸਟੋਰੀਕਲ ਵੈਲਿਊਜ਼ ਦੱਸਦੀ ਹੈ, ਸਾਨੂੰ ਕਰੰਟ ਮਾਰਕੀਟ ਵੈਲਿਊ ਨਹੀਂ ਦੱਸਦੀ। ਤਾਂ ਉਹਦਾ ਕਾਰਨ ਕੀ ਸੀ ਕਿ ਅਸੀਂ ਉਸ ਐਸਟ ਨੂੰ, ਦੇਖੋ ਇਹ ਉਹਦਾ ਕਾਰਨ ਹੈ। ਇਹ ਜਿਹੜਾ ਸਾਡਾ ਪੂਰਾ ਦਾ ਪੂਰਾ ਕਨਸੈਪਟ ਹੈ, ਇਹੀ ਉਸ ਦਾ ਰੀਜ਼ਨ ਹੈ ਕਿ ਉਸ ਐਸਟ ਨੂੰ ਅਸੀਂ ਬਿਜ਼ਨਸ ਦੀ ਲਾਈਫ ਦੇ ਨਾਲ ਨਾਲ ਯੂਜ਼ ਕਰਨਾ ਹੁੰਦਾ ਹੈ। ਦੇਖੋ ਅਗਰ ਅਸੀਂ ਸਪੋਜ਼ ਕਰੋ ਇੱਕ ਮਕਾਨ ਕਿਸੇ ਨੇ 90 ਸਮਥਿੰਗ ਦੇ ਵਿੱਚ ਬਣਾਇਆ, 1980 85 90 ਦੇ ਵਿੱਚ ਬਣਾਇਆ ਹੋਏਗਾ, ਅੱਜ ਪੁੱਛੋਗੇ ਤਾਂ ਕਿੰਨੇ ਦਾ ਮਕਾਨ ਬਣਿਆ ਸੀ ਤੁਹਾਡਾ? ਇੰਨੇ ਦਾ ਬਣਿਆ ਸੀ। ਕਿਆ ਅਸੀਂ ਉਸ ਨੂੰ ਰੀਸੇਲ ਕਰਨ ਵਾਸਤੇ ਬਣਾਇਆ ਸੀ? ਨੋ। ਉਹ ਸਾਡੀ ਐਸਟ ਹੈ, ਸਾਡੀ ਪ੍ਰੋਪਰਟੀ ਹੈ, ਕਿਉਂਕਿ ਅਸੀਂ ਉਸ ਨੂੰ ਆਪਣੀ ਲਾਈਫ ਦੇ ਨਾਲ ਨਾਲ ਯੂਜ਼ ਕਰਨਾ ਹੈ। ਔਰ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਇੱਕ ਪ੍ਰੋਪਰਟੀ ਡੀਲਰ ਜਦੋਂ ਕੋਈ ਮਕਾਨ ਬਣਾਉਂਦਾ ਹੈ, ਉਹਨੂੰ ਅਸੀਂ ਜਾ ਕੇ ਪੁੱਛਦੇ ਹਾਂ ਕਿ ਇਹ ਚੀਜ਼ ਦਾ ਕੀ ਰੇਟ ਹੈ, ਤਾਂ ਉਹ ਸਾਨੂੰ ਕਰੰਟ ਮਾਰਕੀਟ ਪ੍ਰਾਈਸ ਦੱਸੇਗਾ ਉਸਦਾ। ਕਿਉਂ? ਕਿਉਂਕਿ ਉਸਨੇ ਉਹ ਚੀਜ਼ ਵੇਚਣੀ ਹੈ। ਜਿਸ ਨੇ ਨਹੀਂ ਵੇਚਣੀ ਉਹ ਉਸ ਦਾ ਪਰਚੇਜ਼ ਪ੍ਰਾਈਸ ਜਾਂ ਕੰਸਟਰਕਸ਼ਨ ਪ੍ਰਾਈਸ ਹੀ ਦੱਸੇਗਾ। ਕਾਰਨ ਕੀ? ਕਿਉਂਕਿ ਇੱਕ ਨੇ ਉਸ ਨੂੰ ਇਨਵੈਸਟਮੈਂਟ ਕਰਕੇ ਰੱਖਿਆ ਹੋਇਆ ਔਰ ਯੂਜ਼ ਕਰਨਾ ਆਪਣੀ ਲਾਈਫ ਦੇ ਨਾਲ ਨਾਲ, ਔਰ ਦੂਸਰੇ ਨੇ ਉਸ ਨੂੰ ਰੀਸੇਲ ਪਰਪਸ ਦੇ ਲਈ ਰੱਖਿਆ ਹੋਇਆ। ਔਰ ਜਦੋਂ ਅਸੀਂ ਯੂਜ਼ ਕਰਦੇ ਹਾਂ ਉਹਦੇ ਪਿੱਛੇ ਕਾਰਨ ਇਹ ਹੈ ਕਿ ਅਸੀਂ ਉਸ ਨੂੰ ਆਪਣੀ ਲਾਈਫ ਦੇ ਨਾਲ ਨਾਲ ਲੈ ਕੇ ਜਾਣਾ। ਇਸੇ ਕਰਕੇ ਲਿਖਿਆ ਕਿ ਐਸਟ ਆਫ ਦਾ ਬਿਜ਼ਨਸ ਰਿਕਾਰਡਡ ਐਟ ਕਾਸਟ ਪ੍ਰਾਈਸ ਐਂਡ ਨਾਟ ਔਨ ਦਾ ਮਾਰਕੀਟ ਪ੍ਰਾਈਸ। ਕਰੰਟ ਮਾਰਕੀਟ ਵੈਲਿਊ should be ignored and not to record in the books because such asset will not likely to be sold. ਸੋ ਜੋ ਕਰੰਟ ਮਾਰਕੀਟ ਪ੍ਰਾਈਸ ਹੈ ਇਸ ਨੂੰ ਅਸੀਂ ਇਗਨੋਰ ਕਰਕੇ ਚੱਲਣਾ ਹੈ, ਇਸ ਨੂੰ ਅਸੀਂ ਕਿਤਾਬਾਂ 'ਚ ਰਿਕਾਰਡ ਨਹੀਂ ਕਰਨਾ। ਜੋ ਅਸੀਂ ਇੱਕ ਵਾਰ ਪਰਚੇਜ਼ ਵੈਲਿਊ ਲਿਖੀ ਉਸ ਨੂੰ ਅਸੀਂ ਬਾਰ-ਬਾਰ ਚੇਂਜ ਨਹੀਂ ਕਰਨਾ। ਕਾਰਨ ਕੀ? ਕਿਉਂਕਿ ਸੱਚ ਐਸਟ ਵਿਲ ਨਾਟ ਲਾਈਕਲੀ ਟੂ ਬੀ ਸੋਲਡ, ਕਿਉਂਕਿ ਅਸੀਂ ਉਸ ਐਸਟ ਨੂੰ ਸੇਲ ਆਊਟ ਨਹੀਂ ਕਰਨਾ, ਅਸੀਂ ਉਸ ਨੂੰ ਬਿਜ਼ਨਸ ਦੀ ਲਾਈਫ ਦੇ ਨਾਲ ਨਾਲ ਯੂਜ਼ ਕਰਨਾ ਹੈ। ਕਲੀਅਰ? ਨੈਕਸਟ ਹੈ ਅਕਾਊਂਟਿੰਗ ਪੀਰੀਅਡ ਕਨਸੈਪਟ। ਦੇਖੋ ਜੋ ਅਸੀਂ ਗੋਇੰਗ ਕੰਸਰਨ ਕਨਸੈਪਟ ਕੀਤਾ ਕਿ ਬਿਜ਼ਨਸ ਦੀ ਲਾਈਫ ਜਿਹੜੀ ਹੁੰਦੀ ਹੈ ਉਹ ਇਨਫਿਨਿਟੀ ਦੇ ਬਰਾਬਰ ਹੁੰਦੀ ਹੈ। ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਜਦੋਂ ਮੈਂ ਸਪੋਜ਼ ਕਰੋ ਇੱਕ ਬਿਜ਼ਨਸ ਸਟਾਰਟ ਕੀਤਾ ਉਸ ਟਾਈਮ ਮੇਰੀ ਏਜ 25-30 ਈਅਰ ਦੀ ਸੀ ਔਰ ਜਦੋਂ ਮੈਂ ਮਰਨ ਲੱਗਿਆ ਤਾਂ ਮੈਂ ਉਦੋਂ ਸੋਚਿਆ ਕਿ ਮੈਂ ਬਿਜ਼ਨਸ ਦਾ ਪ੍ਰੋਫਿਟ ਲੋਸ ਵੀ ਫਾਈਂਡ ਆਊਟ ਕਰ ਲਾਂ ਕਿ ਮੈਨੂੰ ਇਹ ਇੰਨਾ ਟਾਈਮ ਬਿਜ਼ਨਸ ਕੀਤਾ, ਮੈਂ 30 ਸਾਲ 40 ਸਾਲ 50 ਸਾਲ 60 ਸਾਲ ਵਟਐਵਰ, ਕਿ ਮੈਨੂੰ ਇਸ ਬਿਜ਼ਨਸ ਨੇ ਕੁਝ ਬਚਾ ਕੇ ਦਿੱਤਾ ਕਿ ਨਹੀਂ ਦਿੱਤਾ, ਹੈ ਨਾ? ਤਾਂ ਫਿਰ ਉਸ ਤੋਂ ਜ਼ਿਆਦਾ ਬੇਅਕਲ ਹੋਰ ਕੋਈ ਨਹੀਂ ਹੋਏਗਾ। ਤਾਂ ਇਸ ਕਰਕੇ ਕੀ ਲਿਖਿਆ? ਐਂਟਾਇਰ ਲਾਈਫ ਆਫ ਦਾ ਬਿਜ਼ਨਸ, ਜਿੰਨੀ ਵੀ ਲਾਈਫ ਹੈ, ਇਨਫਿਨਿਟੀ ਹੈ, ਵਟਐਵਰ ਜੋ ਵੀ ਉਸਦੀ ਲਾਈਫ ਹੈ, ਇਜ਼ ਡਿਵਾਈਡਡ
ਇਨਟੂ ਸਮਾਲਰ ਪੀਰੀਅਡ ਈਅਰ ਵਾਈਜ਼, ਅਸੀਂ ਉਸ ਨੂੰ 12 ਮੰਥ ਦੇ ਜੋ ਗਰੁੱਪਿੰਗ ਹੈ, ਕਲਿੱਪਿੰਗ ਹੈ, ਉਹਦੇ ਵਿੱਚ ਉਸ ਨੂੰ ਅਸੀਂ ਵੰਡਿਆ ਹੋਇਆ ਹੈ। ਦੇਖੋ ਸਾਡਾ ਵੀ ਅਗਰ ਬਰਥਡੇ ਹੈ ਤਾਂ ਅਸੀਂ ਕੀ ਹੈ, 1 ਸਾਲ ਦੇ ਵਿੱਚ ਉਸ ਨੂੰ ਅਸੀਂ ਵੰਡਿਆ ਹੋਇਆ। ਜਦੋਂ ਸਾਲ ਪੂਰਾ ਹੋ ਜਾਂਦਾ ਅਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਹਾਂ, ਫਿਰ ਸਾਲ ਪੂਰਾ ਹੋ ਜਾਂਦਾ, ਫਿਰ ਅਸੀਂ ਬਰਥਡੇ ਸੈਲੀਬ੍ਰੇਟ ਕਰਦੇ ਹਾਂ। ਇਸੇ ਤਰ੍ਹਾਂ ਜੋ ਬਿਜ਼ਨਸ ਹੁੰਦਾ ਹੈ ਉਸ ਦੀ ਲਾਈਫ ਨੂੰ ਵੀ ਕੀ ਹੈ, ਕੰਪਲੀਟ 12 ਮੰਥ ਦੀਆਂ ਟੁਕੜੀਆਂ ਦੇ ਵਿੱਚ ਵੰਡਿਆ ਹੋਇਆ ਹੈ। ਤਾਂ ਉਹ ਜੋ ਈਅਰ ਵਾਈਜ਼ ਉਸ ਦੇ ਗਰੁੱਪਿੰਗ ਹੋ ਗਈ, ਉਸ ਨੂੰ ਅਕਾਊਂਟਿੰਗ ਪੀਰੀਅਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਬਟ ਐਵਰੀ ਈਅਰ ਸ਼ੁੱਡ ਹੈਵ ਟੂ ਡਿਸਕਲੋਜ਼ ਦਾ ਫਾਈਨੈਂਸ਼ੀਅਲ ਰਿਜ਼ਲਟ ਔਨ ਦਾ ਈਅਰ ਬੇਸਿਸ। ਜਿਵੇਂ ਅਸੀਂ ਦੇਖੋ ਕਿਤਾਬਾਂ ਪੜ੍ਹਨੀਆਂ, ਇਹ ਵੀ ਹੋ ਸਕਦਾ ਸੀ ਕਿ ਸਾਨੂੰ ਪਹਿਲਾਂ ਹੀ ਇੱਕ ਵੱਡੀ ਸਾਰੀ ਪੇਟੀ ਭਰ ਕੇ ਕਿਤਾਬਾਂ ਦੀ ਫੜਾ ਦਿੱਤੀ ਜਾਂਦੀ ਕਿ ਇਹਨੂੰ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, 10 ਸਾਲਾਂ ਬਾਅਦ ਤੁਹਾਡਾ ਟੈਸਟ ਹੋਊਗਾ ਕਿਤਾਬਾਂ ਦੇ ਵਿੱਚੋਂ, ਤਾਂ ਉਦੋਂ ਹੀ ਤੁਹਾਨੂੰ ਅਸੀਂ ਡਿਗਰੀ ਦੇਵਾਂਗੇ। ਇਹ ਵੀ ਕਰ ਸਕਦੇ ਸੀਗੇ ਕਿ ਕਿਤਾਬਾਂ ਦੀ ਪੇਟੀ ਭਰ ਕੇ ਫੜਾ ਦਿਓ ਜੀ, ਪੜ੍ਹੀ ਜਾਣ ਦੇ 15 ਸਾਲ, ਉਸ ਤੋਂ ਬਾਅਦ ਇਹਨਾਂ ਨੂੰ ਇਕੱਠੀ PhD ਡਿਗਰੀ ਦੇ ਦਾਂਗੇ, 15 ਕਿਤਾਬਾਂ ਟੈਸਟ ਲੈ ਲਾਂਗੇ। ਇਟਸ ਨਾਟ ਪੋਸੀਬਲ, ਨਹੀਂ ਹੋ ਸਕਦਾ ਸੀ। ਇਸੇ ਕਰਕੇ ਕੀ ਕੀਤਾ ਗਿਆ, ਕੰਪਲੀਟ 12 ਮਹੀਨੇ ਦੀ ਸਾਡੀਆਂ ਜਿਹੜੇ ਕਲਾਸਿਸ ਹੈ ਉਸ ਨੂੰ ਡਿਵਾਈਡ ਕਰ ਦਿੱਤਾ ਗਿਆ, ਔਰ ਹਰ ਸਾਲ ਸਾਡੇ ਟੈਸਟ ਹੁੰਦੇ ਆ, ਹਰ ਸਾਲ ਸਾਡੇ ਪੇਪਰ ਹੁੰਦੇ ਆ, ਹਰ ਸਾਲ ਸਾਡਾ ਰਿਜ਼ਲਟ ਕੱਢਿਆ ਜਾਂਦਾ, ਫਿਰ ਅਸੀਂ ਨੈਕਸਟ ਈਅਰ ਦੇ ਵਿੱਚ ਦਾਖਲ ਹੁੰਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਅਗਲੀ ਕਲਾਸ 'ਚ ਪ੍ਰਮੋਟ ਹੋ ਕੇ ਅਗਲੀ ਕਲਾਸ, ਫਿਰ ਅਗਲੀ ਕਲਾਸ, ਸੋ ਔਨ। ਇਸੇ ਤਰ੍ਹਾਂ ਬਿਜ਼ਨਸ ਜੋ ਹੈ ਉਸ ਦਾ ਵੀ ਹਰ ਸਾਲ ਟੈਸਟ ਹੁੰਦਾ ਹੈ। ਬਟ ਐਵਰੀ ਬਿਜ਼ਨਸ ਸ਼ੁੱਡ ਹੈਵ ਟੂ ਡਿਸਕਲੋਜ਼ the financial result on yearly basis, may be calendar year ਔਰ complete 12 month ਦਾ ਹੋ ਸਕਦਾ ਹੈ। ਟੈਕਸ ਪਰਪਸ ਦੇ ਲਈ ਇਸ ਨੂੰ ਜਿਹੜਾ ਰੱਖਿਆ ਗਿਆ ਉਹ 1 ਅਪ੍ਰੈਲ to 31 ਮਾਰਚ ਰੱਖਿਆ ਗਿਆ, ਕਿਉਂਕਿ 31 ਮਾਰਚ ਤੋਂ ਬਾਅਦ ਜਿਹੜਾ ਹੈ ਰਿਟਰਨਾਂ ਫਾਈਲ ਹੁੰਦੀਆਂ ਅਪ੍ਰੈਲ ਦੇ ਵਿੱਚ ਜਾ ਕੇ, ਇਸ ਕਰਕੇ ਇਸ ਨੂੰ ਜ਼ਿਆਦਾ ਪੋਪੂਲੈਰਿਟੀ ਦਿੱਤੀ ਗਈ ਹੈ। ਹੁਣ ਦੇਖੋ ਇਹ ਜਿਹੜਾ ਅਸੀਂ ਕੰਸੈਪਟ ਮੰਨ ਕੇ ਚੱਲਦੇ ਹਾਂ, ਐਕਸਪੈਂਸਿਸ ਐਂਡ ਇਨਕਮ ਸ਼ੁੱਡ ਆਲਸੋ ਬੀ ਟੇਕਨ ਇਨਟੂ ਅਕਾਊਂਟ ਫॉर ਦਾ ਰੈਲੇਵੈਂਟ ਅਕਾਊਂਟਿੰਗ ਪੀਰੀਅਡ ਓਨਲੀ। ਜਿਸ ਸਾਲ ਦਾ ਅਸੀਂ ਪ੍ਰੋਫਿਟ ਕਾਊਂਟ ਕਰ ਰਹੇ ਹਾਂ, ਲੱਭ ਰਹੇ ਹਾਂ, ਸਾਡੇ ਖਰਚੇ ਵੀ ਉਸੇ ਸਾਲ ਦੇ ਹੋਣੇ ਚਾਹੀਦੇ ਆ। ਜਿਵੇਂ ਅਸੀਂ ਇਹ ਕਹਿ ਦਈਏ ਕਿ ਇਸ ਸਾਲ ਦੀ ਮੇਰੀ ਜੋ ਡਿਗਰੀ ਹੋਏਗੀ, ਅਗਰ ਉਸ ਦਾ ਰਿਜ਼ਲਟ ਕੱਢਣਾ ਹੈ ਤਾਂ ਮੇਰੇ ਪਿਛਲੇ ਸਾਲ ਦੀ ਪੜ੍ਹਾਈ ਨੂੰ ਕੰਸੀਡਰ ਨਹੀਂ ਕੀਤਾ ਜਾਊਗਾ, ਜਾਂ ਮੈਂ ਅਗਲੇ ਸਾਲ ਦੇ ਲਈ ਆਲਰੇਡੀ ਕੋਈ ਕਿਤਾਬ ਪੜ੍ਹੀ ਜਾ ਰਹੇ ਹਾਂ ਉਸ ਨੂੰ ਕੰਸੀਡਰ ਨਹੀਂ ਕੀਤਾ ਜਾਊਗਾ, ਉਸ ਨੂੰ ਅਗਲੇ ਸਾਲ ਹੀ ਕੰਸੀਡਰ ਕੀਤਾ ਜਾਏਗਾ। ਜੋ ਪਿਛਲੇ ਸਾਲ ਪੜ੍ਹ ਲਿਆ ਸੀ ਉਹਨੂੰ ਉੱਥੇ ਹੀ ਕੰਸੀਡਰ ਕੀਤਾ ਗਿਆ ਸੀ। ਇਸ ਸਾਲ ਕਿਹੜੀ ਪੜ੍ਹਾਈ ਕੰਸੀਡਰ ਹੋਊਗੀ, ਜਿਹੜੀ ਮੈਂ ਇਸ ਸਾਲ ਦੇ ਵਿੱਚ ਕੀਤੀ ਹੈ। ਇਸੇ ਤਰ੍ਹਾਂ ਜੋ ਬਿਜ਼ਨਸ ਦਾ ਪ੍ਰੋਫਿਟ ਲੱਭਿਆ ਜਾਏਗਾ ਤਾਂ ਉਹਦੇ ਅਗੇਂਸਟ ਜਿਹੜੇ ਖਰਚੇ ਚਾਰਜ ਕੀਤੇ ਜਾਣਗੇ ਉਹ ਵੀ ਕੀ ਹੋਣੇ ਚਾਹੀਦੇ ਆ, ਟੇਕਨ ਇਨਟੂ ਅਕਾਊਂਟ ਫॉर ਦਾ ਰੈਲੇਵੈਂਟ ਅਕਾਊਂਟਿੰਗ ਪੀਰੀਅਡ ਓਨਲੀ। ਮਤਲਬ ਕਿ ਪ੍ਰੀਵੀਅਸ ਈਅਰ ਔਰ ਨੈਕਸਟ ਈਅਰ ਦੇ ਖਰਚੇ ਇਸ ਸਾਲ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਜਾਣਗੇ, ਔਰ ਨਾ ਹੀ ਇਨਕਮ ਸ਼ਾਮਿਲ ਕੀਤੀ ਜਾਏਗੀ। ਕਲੀਅਰ। ਨੈਕਸਟ ਕੰਸੈਪਟ ਹੈ ਸਾਡਾ ਕਾਸਟ ਕੰਸੈਪਟ। ਦੇਖੋ ਕਾਸਟ ਕੰਸੈਪਟ ਕੀ ਹੈ, ਇਹ ਵੀ ਕਾਫੀ ਹੱਦ ਤੱਕ ਸਾਡੇ ਅਕਾਊਂਟਿੰਗ ਪੀਰੀਅਡ ਜਾਂ ਕਹਿ ਦਈਏ ਗੋਇੰਗ ਕੰਸਰਨ ਕੰਸੈਪਟ ਦੇ ਨਾਲ ਰਿਲੇਟਡ ਹੈ। ਦਿਸ ਕੰਸੈਪਟ ਆਲਸੋ ਰਿਲੇਟਡ ਵਿਦ ਦ ਗੋਇੰਗ ਕੰਸਰਨ ਕੰਸੈਪਟ। ਅਕੋਰਡਿੰਗ ਟੂ ਦਿਸ ਕੰਸੈਪਟ ਐਸੈਟਸ ਸ਼ੁੱਡ ਬੀ ਰਿਕਾਰਡਡ ਐਟ ਇਟਸ ਓਰੀਜਨਲ ਪ੍ਰਾਈਸ, ਪਲੱਸ ਜੋ ਅਸੀਂ ਉਹਦੇ ਉੱਪਰ ਖਰਚੇ ਕਰ ਦਿੰਦੇ ਹਾਂ ਉਸ ਐਸੈਟ ਨੂੰ ਯੂਜ਼ ਕਰਨ ਦੇ ਲਈ। ਜਿਵੇਂ ਹੁਣ ਦੇਖੋ ਇੱਕ ਐਸੈਟ ਹੈ, ਮੈਂ ਸਪੋਜ਼ ਕਰੋ 20,000 ਰੁਪਏ ਦੀ ਦਿੱਲੀ ਤੋਂ ਪਰਚੇਜ਼ ਕੀਤੀ, ਬਰਨਾਲੇ ਦੇ ਵਿੱਚ ਲਿਆ ਕੇ ਜਾਂ ਮੈਂ ਲੁਧਿਆਣੇ ਲਿਜਾ ਕੇ ਉਸ ਨੂੰ ਯੂਜ਼ ਕਰਨਾ ਹੋਏਗਾ। ਹੁਣ ਸਪੋਜ਼ ਕਰੋ ਕਿ ਇਹ ਐਸੈਟ ਮੈਨੂੰ ਦਿੱਲੀ ਤੋਂ ਲੁਧਿਆਣੇ ਜਾਂ ਬਰਨਾਲੇ ਤੱਕ ਲੈ ਕੇ ਆਉਣ ਦੇ ਲਈ ਮੈਨੂੰ ਇਸ 'ਤੇ 2-3 ਹਜ਼ਾਰ ਰੁਪਇਆ ਖਰਚਾ ਕਰਨਾ ਪਿਆ ਥਰੂ ਰੇਲ ਜਾਂ ਥਰੂ ਮੈਂ ਲੈਂਡਵੇ ਦੇ ਜਾਂ ਟਰੱਕ ਵਗੈਰਾ ਦੇ ਨਾਲ ਕੈਰੀ ਕਰਕੇ ਇਸ ਨੂੰ ਲੈ ਕੇ ਆਇਆ। ਹੁਣ ਉਹਦਾ ਖਰਚਾ ਹੀ ਪਿਆ ਹੋਊਗਾ, ਤਾਂ ਕਿਆ ਇੱਥੇ ਲਿਆ ਕੇ ਸਿਰਫ 20,000 ਦੀ ਵੇਚਦਾ? ਨਹੀਂ, ਜੋ ਮੈਨੂੰ ਰਸਤੇ ਦਾ ਟ੍ਰਾਂਜ਼ਿਟ ਕਾਸਟ ਆਈ ਹੈ ਉਹਨੂੰ ਮੈਂ ਕਿੱਥੋਂ ਪੂਰਾ ਕਰਨਾ ਹੋਏਗਾ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਐਸੈਟ ਦਾ ਜੋ ਐਕੁਜ਼ੀਸ਼ਨ ਪ੍ਰਾਈਸ ਹੁੰਦਾ ਹੈ, ਮਤਲਬ ਉਹਦਾ ਜੋ ਜਿੰਨੇ ਦੇ ਵਿੱਚ ਉਸ ਨੂੰ ਮੈਂ ਪਰਚੇਜ਼ ਕੀਤਾ, ਪਲੱਸ ਹੋ ਜਾਂਦੇ ਆ ਉਹ ਸਾਰੇ ਖਰਚੇ ਜਿਹੜੇ ਕਿ ਪੁੱਟ ਟੂ ਯੂਜ਼, ਐਸੈਟ ਨੂੰ ਯੂਜ਼ ਦੇ ਵਿੱਚ ਲੈ ਕੇ ਆਉਣ ਤੱਕ ਜਿਹੜੇ ਖਰਚੇ ਕੀਤੇ ਜਾਂਦੇ ਆ ਉਹ ਵੀ ਉਸ ਦੇ ਵਿੱਚ ਹੀ ਐਡ ਕਰ ਦਿੱਤੇ ਜਾਂਦੇ ਆ। ਠੀਕ ਹੈ ਜੀ, ਉਹਨੂੰ ਕੈਪੀਟਲਾਈਜ਼ ਕਰ ਦਿੱਤਾ ਜਾਂਦਾ, ਅਲੱਗ ਤੋਂ ਉਸ ਦਾ ਖਰਚਾ ਰਿਕਾਰਡ ਨਹੀਂ ਕੀਤਾ ਜਾਂਦਾ। Asset should be recorded on actual cost of acquisition, not on market value of asset। क्यों? क्योंकि not likely to be sold, क्योंकि ਅਸੀਂ ਉਸ ਐਸੈਟ ਨੂੰ ਸੇਲ ਆਊਟ ਨਹੀਂ ਕਰਨਾ, ਇਸ ਕਰਕੇ ਮਾਰਕੀਟ ਵੈਲਿਊ ਨੂੰ ਕੰਸੀਡਰ ਨਹੀਂ ਕਰਾਂਗੇ। Goodwill for which nothing is paid
not to be recorded in the books of accounts। ਤੇ ਗੁੱਡਵਿਲ ਜਿਸ ਦੇ ਲਈ ਅਸੀਂ ਕਦੇ ਕੁਝ ਪੇ ਨਹੀਂ ਕਰਦੇ, ਸੈਲਫ ਜਨਰੇਟਡ ਗੁੱਡਵਿਲ ਜਿਹਨੂੰ ਕਿ ਅਸੀਂ ਖੁਦ ਜਨਰੇਟ ਕੀਤਾ। ਦੇਖੋ ਗੁੱਡਵਿਲ ਕੀ ਹੁੰਦੀ ਹੈ, ਸਾਡੀ ਰੈਪੂਟੇਸ਼ਨ ਹੁੰਦੀ ਹੈ, ਔਰ ਗੁੱਡਵਿਲ ਨੂੰ ਫਾਈਂਡ ਆਊਟ ਕਰਨ ਦੇ ਕੁਝ ਮੈਥਡ ਵੀ ਹੁੰਦੇ ਆ। ਉਹ ਅਸੀਂ +2 ਦੇ ਵਿੱਚ ਕਰਾਂਗੇ ਕਿ ਕਿਹੜੇ ਮੈਥਡਸ ਜਿਹੜੇ ਆ ਗੁੱਡਵਿਲ ਨੂੰ ਫਾਈਂਡ ਕਰਦੇ ਆ। ਮਤਲਬ ਕਿ ਇਹਦੀ ਵੀ ਇੱਕ ਮੋਨੀਟਰੀ ਵੈਲਿਊ ਫਾਈਂਡ ਕੀਤੀ ਜਾ ਸਕਦੀ ਹੈ, ਲੇਕਿਨ ਉਹ ਸਾਡੇ ਪ੍ਰੋਫਿਟ ਨੂੰ ਹੀ ਕੰਸੀਡਰ ਕਰਕੇ ਅਸੀਂ ਖੁਦ ਹੀ ਉਹਦੀ ਵੈਲਿਊਏਸ਼ਨ ਕਰਦੇ ਹਾਂ। ਸਾਡੀ ਨਜ਼ਰ ਦੇ ਵਿੱਚ ਸਾਡੀ ਰੈਪੂਟੇਸ਼ਨ ਦੀ ਇੱਕ ਫਾਈਨੈਂਸ਼ੀਅਲ ਵੈਲਿਊ ਹੈ, ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਐਗਜ਼ੈਕਟ ਇਹੀ ਵੈਲਿਊ ਹੋਏਗੀ ਉਹਦੀ? ਨਹੀਂ, ਉਹ ਘੱਟ ਵੀ ਹੋ ਸਕਦੀ ਹੈ, ਵੱਧ ਵੀ ਹੋ ਸਕਦੀ ਹੈ। ਸੋ ਇਸੇ ਕਰਕੇ ਜਦ ਅਸੀਂ ਉਹਦੇ ਲਈ ਕੁਝ ਪੇ ਹੀ ਨਹੀਂ ਕੀਤਾ ਕਿਸੇ ਨੂੰ, ਉਹ ਸਾਡੀ ਖੁਦ ਦੀ ਹੀ ਫਾਈਂਡ ਕੀਤੀ ਹੋਈ ਹੈ, ਇਸ ਕਰਕੇ ਅਸੀਂ ਉਸ ਨੂੰ ਕਿਤਾਬਾਂ ਦੇ ਵਿੱਚ ਰਿਕਾਰਡ ਨਹੀਂ ਕਰਦੇ। ਹਾਲਾਂਕਿ ਉਸ ਦੀ ਫਾਈਨੈਂਸ਼ੀਅਲ ਵੈਲਿਊ ਜ਼ਰੂਰ ਹੈ, ਲੇਕਿਨ ਅਸੀਂ ਉਹਦੇ ਲਈ ਕੁਝ ਪੇ ਨਹੀਂ ਕੀਤਾ ਤਾਂ ਅਸੀਂ ਉਸ ਨੂੰ ਰਿਕਾਰਡ ਨਹੀਂ ਕਰਦੇ। ਹੁਣ ਦੇਖੋ ਇੱਥੇ ਇੱਕ ਥੋੜੀ ਜਿਹੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਡੋਨੇਸ਼ਨ ਬਿਜ਼ਨਸ ਨੂੰ ਮਿਲਦਾ ਸਮ ਟਾਈਮ। ਉਹ ਡੋਨੇਸ਼ਨ ਦੇ ਲਈ ਵੀ ਅਸੀਂ ਕੁਝ ਨਹੀਂ ਪੇ ਕਰਦੇ, ਤਾਂ ਡੋਨੇਸ਼ਨ ਕਿਤਾਬਾਂ 'ਚ ਰਿਕਾਰਡ ਕਿਉਂ ਕੀਤਾ ਜਾਂਦਾ ਹੈ? ਡੋਨੇਸ਼ਨ ਦਾ ਕਨਸੈਪਟ ਥੋੜਾ ਅਲੱਗ ਹੈ, ਉਸ ਨੂੰ ਅਸੀਂ ਖੁਦ ਨਹੀਂ ਕ੍ਰੀਏਟ ਕਰਦੇ, ਖੁਦ ਜਨਰੇਟ ਨਹੀਂ ਅਸੀਂ ਕੀਤਾ। ਉਹਦੀ ਇੱਕ ਵੈਲਿਊ ਜੋ ਸਾਨੂੰ ਪਬਲਿਕ ਨੇ ਦਿੱਤੀ ਹੈ, ਔਰ ਉਹਦੀ ਇੱਕ ਮਾਰਕੀਟ ਵੈਲਿਊ ਵੀ ਹੈ। ਅਗਰ ਅਸੀਂ ਉਸ ਡੋਨੇਸ਼ਨ ਨੂੰ ਇਮੀਡੀਏਟਲੀ ਸੇਲ ਆਊਟ ਵੀ ਕਰਾਂਗੇ ਤਾਂ ਉਹ ਉਸ ਵੈਲਿਊ ਦਾ ਵਿਕ ਜਾਏਗਾ। ਸੇ ਫॉर ਐਗਜ਼ਾਮਪਲ ਅਗਰ ਸਾਨੂੰ ਬਿਲਡਿੰਗ ਪਾਉਣ ਲਈ ਕੋਈ ਮਟੀਰੀਅਲ ਦੇ ਦਿੰਦਾ, ਸਾਨੂੰ ਡੋਨੇਟ ਕਰ ਦਿੰਦਾ, ਅਸੀਂ ਉਸ ਡੋਨੇਸ਼ਨ ਨੂੰ ਕਿਤਾਬਾਂ 'ਚ ਰਿਕਾਰਡ ਕਰਦੇ ਹਾਂ, ਕਿਉਂਕਿ ਅਗਰ ਅਸੀਂ ਉਸ ਮਟੀਰੀਅਲ ਨੂੰ ਇਮੀਡੀਏਟਲੀ ਸੇਲ ਕਰਨ ਤੁਰਾਂਗੇ ਤਾਂ ਉਹ ਓਨੀ ਵੈਲਿਊ 'ਚ ਵਿਕ ਵੀ ਜਾਏਗਾ। ਲੇਕਿਨ ਸਾਡੀ ਰੈਪੂਟੇਸ਼ਨ ਜੋ ਅਸੀਂ ਖੁਦ ਲੱਭੀ ਹੈ ਕਿ ਉਹ ਇੰਨੇ ਲੱਖ ਦੀ ਹੈ, ਕਿਆ ਉਹ ਓਨੇ ਲੱਖ ਦੀ ਹੋਏਗੀ? ਕਿਆ ਉਹ ਇਮੀਡੀਏਟਲੀ ਮਾਰਕੀਟ 'ਚ ਵਿਕ ਸਕਦੀ ਹੈ? ਮੇ ਔਰ ਮੇ ਨਾਟ ਪੋਸੀਬਲ। ਇਸ ਕਰਕੇ ਅਸੀਂ ਉਸ ਨੂੰ ਕਿਤਾਬਾਂ 'ਚ ਰਿਕਾਰਡ ਨਹੀਂ ਕਰਦੇ। ਸੋ ਕਾਸਟ ਕਨਸੈਪਟ ਕੀ ਬੋਲਦਾ ਓਵਰਆਲ, ਕਿ ਕਾਸਟ ਦੇ ਉੱਪਰ ਹੀ ਐਸੈਟ ਨੂੰ ਰਿਕਾਰਡ ਕਰਨਾ ਹੈ, ਉਹਦੀ ਮਾਰਕੀਟ ਵੈਲਿਊ ਨੂੰ ਇਗਨੋਰ ਕਰਨਾ ਹੈ, ਕਿਉਂਕਿ ਅਸੀਂ ਉਸ ਐਸੈਟ ਨੂੰ ਸੇਲ ਆਊਟ ਕਰਨ ਦੇ ਲਈ ਨਹੀਂ ਖਰੀਦਿਆ, ਅਸੀਂ ਉਸ ਨੂੰ ਖੁਦ ਯੂਜ਼ ਕਰਨ ਦੇ ਲਈ ਖਰੀਦਿਆ। ਇਸ ਕਰਕੇ ਹੀ ਉਹਦਾ ਕਾਸਟ ਜਿਹੜਾ ਹੈ ਰਿਕਾਰਡ ਹੋਏਗੀ। ਇਸੇ ਕਰਕੇ ਸਾਡੀ ਅਕਾਊਂਟਿੰਗ ਜਿਹੜੀ ਹੈ ਉਹ ਹਿਸਟੋਰੀਕਲ ਨੇਚਰ ਦੀ ਰਹਿ ਜਾਂਦੀ ਹੈ, ਉਹ ਸਾਨੂੰ ਪ੍ਰੈਜ਼ੈਂਟ ਵੈਲਿਊ ਆਫ ਬਿਜ਼ਨਸ ਨਹੀਂ ਦੱਸਦੀ ਡਿਊ ਟੂ ਦਿਸ ਕਨਸੈਪਟ। ਨੈਕਸਟ ਹੈ ਡੂਅਲ ਆਸਪੈਕਟ ਕਨਸੈਪਟ, ਜਿਹਨੂੰ ਅਸੀਂ ਡਬਲ ਐਂਟਰੀ ਸਿਸਟਮ ਵੀ ਕਿਹਾ। ਹੁਣ ਡਬਲ ਐਂਟਰੀ ਸਿਸਟਮ ਜਾਂ ਡੂਅਲ ਐਂਟਰੀ ਕਨਸੈਪਟ ਸਾਨੂੰ ਕੀ ਬੋਲਦਾ ਹੈ? ਇਹ ਸਾਡਾ ਬੇਸ ਹੈ ਸਾਡੀ ਅਕਾਊਂਟਿੰਗ ਦਾ, ਵਿਚ ਮੇਕ ਐਮਫੈਸਿਸ, ਜੋ ਜ਼ੋਰ ਦਿੰਦਾ ਹੈ ਕਿਸ ਚੀਜ਼ ਦੇ ਉੱਪਰ? ਫੇਮਸ ਸੇਇੰਗ ਐਵਰੀ ਡੈਬਿਟ ਹੈਜ਼ ਅ ਕ੍ਰੈਡਿਟ ਵਿਦ ਸੇਮ ਅਮਾਊਂਟ, ਕਿ ਇੱਕ ਡੈਬਿਟ ਜੋ ਪਾਇਆ ਗਿਆ ਉਸ ਦਾ ਉਨੀ ਹੀ ਅਮਾਊਂਟ ਦੇ ਨਾਲ ਇੱਕ ਕ੍ਰੈਡਿਟ ਵੀ ਹੋਏਗਾ। ਹੁਣ ਇਸੇ ਦੇ ਨਾਲ ਅਸੀਂ ਇਹ ਕਿਹਾ ਸੀ ਕਿ ਸਾਡੀ ਅਕਾਊਂਟਿੰਗ ਜਿਹੜੀ ਹੈ ਉਹ ਅਰਥਮੈਟਿਕਲੀ ਸਹੀ ਹੈ, ਕਿ ਅਸੀਂ ਜਦੋਂ ਉਹਦਾ ਸਾਰੇ ਦਾ ਸਾਰਾ ਪ੍ਰੋਸੈਸ ਦੇਖਿਆ ਤਾਂ ਪ੍ਰੋਸੈਸ ਦੇ ਵਿੱਚ ਇੱਕ ਟਰਾਇਲ ਬੈਲੈਂਸ ਨਾਮ ਦੀ ਚੀਜ਼ ਆਈ ਕਿ ਉਹਦੀਆਂ ਦੋ ਸਾਈਡਾਂ ਹੁੰਦੀਆਂ, ਇੱਕ ਡੈਬਿਟ ਇੱਕ ਕ੍ਰੈਡਿਟ। ਦੋਨੋਂ ਸਾਈਡਾਂ ਜਦੋਂ ਆਪਸ 'ਚ ਬਰਾਬਰ ਆ ਜਾਂਦੀਆਂ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਡੀ ਜੋ ਬੁੱਕ ਕੀਪਿੰਗ ਦਾ ਪ੍ਰੋਸੈਸ ਆ ਉਹ ਅਰਥਮੈਟਿਕਲੀ ਐਕੂਰੇਟ ਹੈ, ਸਹੀ ਹੈ। ਉਹ ਕਿਵੇਂ ਹੋਇਆ ਕਿ ਅਗਰ ਡੈਬਿਟ ਕ੍ਰੈਡਿਟ ਦੇ ਬਰਾਬਰ ਨਾ ਹੁੰਦਾ ਤਾਂ ਅਸੀਂ ਉਸ ਕਨਸੈਪਟ ਨੂੰ ਲੈ ਕੇ ਨਹੀਂ ਚੱਲ ਸਕਦੇ ਸੀ। ਅਗਰ ਸੇ ਫॉर ਐਗਜ਼ਾਮਪਲ ਕਿ ਮੈਂ 10,000 ਰੁਪਏ ਸੈਲਰੀ ਪੇ ਕੀਤੀ ਤਾਂ ਸੈਲਰੀ ਮੇਰੇ ਲਈ ਖਰਚਾ ਹੋ ਗਿਆ ਔਰ ਕੈਸ਼ ਮੇਰੇ ਕੋਲੋਂ ਚਲਿਆ ਗਿਆ। ਖਰਚੇ ਡੈਬਿਟ ਹੋ ਜਾਣਗੇ, ਜੋ ਕੈਸ਼ ਮੇਰੇ ਕੋਲੋਂ ਚਲਿਆ ਗਿਆ ਉਹਨੇ ਕ੍ਰੈਡਿਟ ਹੋ ਜਾਣਾ ਹੈ। 10,000 ਦਾ ਖਰਚਾ ਬੁੱਕ ਹੋ ਗਿਆ, 10,000 ਨਾਲ ਹੀ ਕੈਸ਼ ਘਟ ਗਿਆ, ਸੋ ਮੇਰੀ ਡੈਬਿਟ ਤੇ ਕ੍ਰੈਡਿਟ ਸਾਈਡ ਕੀ ਹੋ ਗਈ? ਇਕੁਅਲ ਹੋ ਗਈ। ਸੋ ਉਹ ਚੀਜ਼ਾਂ ਇਸ ਕਨਸੈਪਟ ਤੋਂ ਜਨਰੇਟ ਹੋਈਆਂ। ਉਸ ਕਨਸੈਪਟ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਕੀ ਹੈ, ਇੱਕ ਅਕਾਊਂਟਿੰਗ ਇਕੁਏਸ਼ਨ ਜਨਰੇਟ ਕੀਤੀ ਗਈ। ਉਸ ਅਕਾਊਂਟਿੰਗ ਇਕੁਏਸ਼ਨ ਦਾ ਕੀ ਹੈ ਕਿ ਐਸੈਟਸ ਕਿਹਦੇ ਬਰਾਬਰ ਹੋਣਗੀਆਂ? ਓਨਰਸ ਇਕੁਇਟੀ ਪਲੱਸ ਕ੍ਰੈਡੀਟਰਸ ਇਕੁਇਟੀ। ਜੋ ਓਨਰਸ ਦੇ ਫੰਡ ਹੁੰਦੇ ਆ ਪਲੱਸ ਜੋ ਆਊਟਸਾਈਡਰ ਲਾਇਬਿਲਿਟੀਜ਼ ਹੁੰਦੀਆਂ, ਉਹਨਾਂ ਦੋਨਾਂ ਨੂੰ ਪਲੱਸ ਕਰ ਲਈਏ ਤਾਂ ਕਿਹਦੇ ਬਰਾਬਰ ਆ ਜਾਣਗੀਆਂ? ਐਸੈਟਸ ਦੇ। ਇਨ ਅਦਰ ਵਰਡਸ ਕੀ ਕਹੀਏ ਕਿ ਐਸੈਟਸ ਕਿਹਦੇ ਬਰਾਬਰ ਹੋਣਗੀਆਂ? ਕੈਪੀਟਲ ਪਲੱਸ ਲਾਇਬਿਲਿਟੀ ਦੇ। ਕੈਪੀਟਲ ਜੋ ਓਨਰ ਦਾ ਫੰਡ ਹੈ, ਜਿਸ ਦੇ ਵਿੱਚ ਅਸੀਂ ਕੈਪੀਟਲ ਉਹਦੇ ਦੁਆਰਾ ਲਗਾਇਆ ਗਿਆ ਪੈਸਾ, ਪਲੱਸ ਜੋ ਪ੍ਰੋਫਿਟ ਦਾ ਪਾਰਟ ਜੋ ਰਿਜ਼ਰਵ ਨੇ, ਫ੍ਰੀ ਰਿਜ਼ਰਵ, ਉਹ ਵੀ ਇਹਦਾ ਹੀ ਪਾਰਟ ਮੰਨ ਕੇ ਚੱਲਦੇ ਹਾਂ। ਔਰ ਜੋ ਲਾਇਬਿਲਿਟੀਜ਼ ਨੇ ਉਹ ਲਾਇਬਿਲਿਟੀਜ਼ ਕੀ ਹੈ? ਆਊਟਸਾਈਡਰ ਲਾਇਬਿਲਿਟੀਜ਼, ਜੋ ਅਸੀਂ ਹੋਰ ਬਾਹਰ ਆਊਟਰ ਕਿਤੇ ਪੇਮੈਂਟ ਜਿਹੜੀ ਹੈ ਪੇ ਕਰਨੀ ਹੈ। ਮੀਨਿੰਗ ਆਫ ਦਾ ਅਬਵ ਇਕੁਏਸ਼ਨ ਇਜ਼ ਦੈਟ ਐਟ ਦਾ ਟਾਈਮ ਆਫ ਵਾਈਂਡਿੰਗ ਅਪ, ਜਦੋਂ ਅਸੀਂ ਆਪਣੇ ਬਿਜ਼ਨਸ ਨੂੰ ਬੰਦ ਕਰਦੇ ਹਾਂ, ਆਪਣੀ ਫਰਮ ਨੂੰ ਬੰਦ ਕਰਦੇ ਹਾਂ,
ਬਿਜ਼ਨਸ ਟੋਟਲ ਲਾਇਬਿਲਿਟੀਜ਼ ਜੋ ਹੋਣਗੀਆਂ ਆਫ ਦਾ ਬਿਜ਼ਨਸ ਸ਼ੁੱਡ ਬੀ ਪੇਡ ਆਫ ਅਗੇਂਸਟ ਦਾ ਟੋਟਲ ਐਸੈਟਸ ਆਫ ਦਾ ਕੰਪਨੀ ਔਰ ਦਾ ਬਿਜ਼ਨਸ, ਕਿ ਦੋਨੋਂ ਆਪਸ 'ਚ ਬਰਾਬਰ ਹੋਣੀ ਚਾਹੀਦੀ ਹੈ। ਐਸੈਟ ਮਸਟ ਬੀ ਇਕੁਅਲ ਟੂ ਲਾਇਬਿਲਿਟੀ ਸਾਈਡ। ਅਗਰ ਲਾਇਬਿਲਿਟੀ ਸਾਈਡ ਵੱਡੀ ਹੋ ਜਾਏਗੀ, ਐਸੈਟ ਸਾਡੇ ਕੋਲ ਘਟ ਜਾਣਗੀਆਂ, ਤਾਂ ਸਾਡੀ ਇਨਸੋਲਵੈਂਸੀ ਹੋ ਜਾਏਗੀ, ਸਾਡਾ ਦਿਵਾਲਾ ਨਿਕਲ ਜੂਗਾ ਕਿ ਅਸੀਂ ਉਹ ਲਾਇਬਿਲਿਟੀਜ਼ ਨੂੰ ਪੇ ਨਹੀਂ ਕਰ ਪਾਵਾਂਗੇ। ਦੇਖੋ, ਅਗਰ ਸਾਡੇ ਘਰ ਦੀ ਵੈਲਿਊ ਜਿੰਨੀ ਹੈ, ਸਾਡੇ ਕੋਲ ਜਿੰਨੀਆਂ ਐਸੈਟਸ ਨੇ, ਅਗਰ ਸਾਡਾ ਬੈਂਕ ਦਾ ਲੋਨ ਉਹ ਸਾਰੀਆਂ ਐਸੈਟਸ ਤੋਂ ਵੱਡਾ ਹੋ ਜੇ, ਤਾਂ ਕਿਆ ਅਸੀਂ ਉਹ ਐਸੈਟਸ ਨੂੰ ਵੇਚ ਕੇ ਆਪਣੇ ਬੈਂਕ ਦਾ ਲੋਨ ਪੇ ਕਰ ਪਾਵਾਂਗੇ? ਨਹੀਂ ਕਰ ਸਕਦੇ। ਤਾਂ ਫਿਰ ਕੀ ਹੋਊਗਾ? ਫਿਰ ਸਾਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਜਾਊਗਾ, ਸਾਡੀ ਇਨਸੋਲਵੈਂਸੀ ਡਿਕਲੇਅਰ ਕਰ ਦਿੱਤੀ ਜਾਏਗੀ। ਸੋ ਇਹ ਕੀ ਹੋਣਾ ਚਾਹੀਦਾ ਹੈ? ਦੈਟ ਮਸਟ ਬੀ ਇਕੁਅਲ ਵਿਦ ਈਚ ਅਦਰ ਹੋਣਾ ਚਾਹੀਦਾ। ਨੈਕਸਟ ਹੈ ਇਹਦੀਆਂ ਐਡਵਾਂਟੇਜਸ ਕੀ ਨੇ ਡਬਲ ਐਂਟਰੀ ਸਿਸਟਮ ਦੀਆਂ। ਇਨਸ਼ੋਰ ਅਰਥਮੈਟਿਕਲ ਐਕੂਰੇਸੀ ਆਫ ਰਿਕਾਰਡਸ, ਕਿ ਜੋ ਅਸੀਂ ਡੈਬਿਟ ਇਜ਼ ਇਕੁਅਲ ਟੂ ਕ੍ਰੈਡਿਟ ਕਰਦੇ ਹਾਂ, ਤਾਂ ਇਹਦੇ ਨਾਲ ਜੋ ਸਾਡਾ ਅਰਥਮੈਟਿਕਲ ਹੀ ਐਕੂਰੇਟ ਹੋ ਜਾਂਦਾ, ਸਾਡਾ ਰਿਕਾਰਡ ਜਿਹੜਾ ਹੈ ਉਹ ਸਾਰਾ ਸਹੀ ਹੋ ਜਾਂਦਾ ਹੈ। ਨੈਕਸਟ ਹੈ ਹੈਲਪ ਟੂ ਕੀਪ ਕੰਪਲੀਟ ਰਿਕਾਰਡ ਆਫ ਦਾ ਬਿਜ਼ਨਸ, ਕਿ ਅਸੀਂ ਸਾਰੇ ਦਾ ਸਾਰਾ ਰਿਕਾਰਡ ਕੰਪਲੀਟ ਰੱਖਦੇ ਹਾਂ, ਉਹ ਥਰੂ ਬੁੱਕ ਕੀਪਿੰਗ, ਥਰੂ ਅਕਾਊਂਟਿੰਗ ਰੱਖਦੇ ਹਾਂ। ਇਟ ਟੈਲਸ ਅਸ ਅਬਾਊਟ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ, ਕਿ ਬਿਜ਼ਨਸ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ, ਕਿਆ ਬਿਜ਼ਨਸ ਕੋਲ ਐਡਿਕੁਏਟ ਐਸੈਟਸ ਹੈਗੀਆਂ ਨੇ ਕਿ ਉਹ ਆਪਣੀਆਂ ਲਾਇਬਿਲਿਟੀਜ਼ ਕੱਲ੍ਹ ਨੂੰ ਪੇ ਆਫ ਕਰ ਸਕਦਾ ਹੈ, ਤਾਂ ਉਹ ਚੀਜ਼ ਬਾਰੇ ਵੀ ਸਾਨੂੰ ਦੱਸਦਾ ਹੈ। ਇਟ ਰਿਡਿਊਸ ਦਾ ਚਾਂਸਸ ਆਫ ਐਰਰ, ਕਿ ਅਗਰ ਅਸੀਂ ਹਰੇਕ ਡੈਬਿਟ ਦੇ ਕ੍ਰੈਡਿਟ ਨੂੰ ਇਕੁਅਲ ਰੱਖਦੇ ਹਾਂ, ਤਾਂ ਜੋ ਐਰਰਸ ਨੇ ਉਹਦੇ ਚਾਂਸਸ ਵੀ ਕੀ ਹੈ, ਘਟ ਜਾਂਦੇ ਆ। ਹੈਲਪਫੁਲ ਟੂ ਪ੍ਰੋਵਾਈਡ ਕੰਪੈਰੀਜ਼ਨ ਬਿਟਵੀਨ 2 years ਰਿਜ਼ਲਟ, ਅਗਰ ਅਸੀਂ ਸਾਰਾ ਕੁਝ ਦੇਖੋ ਸਹੀ ਕਰ ਰਹੇ ਹਾਂ ਇਹ ਸਾਰਾ ਕੁਝ, ਤਾਂ ਅਸੀਂ ਕੰਪੈਰੀਟਿਵ ਮੋਡ ਦੇ ਉੱਪਰ ਜੋ ਸਟੇਟਮੈਂਟ ਹੈ ਉਹਨੂੰ ਵੀ ਬਣਾ ਸਕਾਂਗੇ, ਪ੍ਰੈਜ਼ੈਂਟ ਕਰ ਸਕਾਂਗੇ ਫॉर ਦਾ ਯੂਜ਼ਰਸ। ਨੈਕਸਟ ਹੈ ਸਾਡੇ ਕੋਲ ਰੈਵਨਿਊ ਰਿਕੋਗਨੀਸ਼ਨ ਔਰ ਰੀਅਲਾਈਜੇਸ਼ਨ ਕੰਸੈਪਟ। ਬੜਾ ਇੰਪੋਰਟੈਂਟ ਕੰਸੈਪਟ ਹੈ ਰੈਵਨਿਊ ਰਿਕੋਗਨੀਸ਼ਨ। ਰੈਵਨਿਊ ਨੂੰ ਕਦੋਂ ਰਿਕੋਗਨਾਈਜ਼ ਕਰਨਾ ਹੈ, ਕਦੋਂ ਰਿਕਾਰਡ ਕਰਨਾ ਹੈ। ਹੁਣ ਕੁਛ ਨਹੀਂ, ਇਸ ਕੰਸੈਪਟ ਦੇ ਵਿੱਚ ਕੁਝ ਕੁਐਸਚਨਸ ਹੀ ਹੈ। ਐਟ ਦਾ ਟਾਈਮ ਆਫ ਰਿਕਾਰਡਿੰਗ ਦਾ ਟ੍ਰਾਂਜੈਕਸ਼ਨ ਦੇਅਰ ਮੇ ਬੀ ਅ ਪ੍ਰੋਬਲਮ। ਕੀ ਪ੍ਰੋਬਲਮ ਅਰਾਈਜ਼ ਹੋ ਸਕਦੀ ਹੈ ਕਿ ਅਸੀਂ ਆਪਣੇ ਜੋ ਰੈਵਨਿਊ ਹੈ ਉਸ ਨੂੰ ਰਿਕਾਰਡ ਕਦੋਂ ਕਰੀਏ। ਵੈਨ ਦਾ ਰੈਵਨਿਊ ਸ਼ੁੱਡ ਰਿਕਾਰਡ ਇਨ ਦਾ ਬੁੱਕਸ, ਹੁਣ ਇੱਥੋਂ ਕੁਐਸਚਨ ਰਾਈਜ਼ ਹੋਣਗੇ, ਵੈਦਰ ਐਟ ਦਾ ਟਾਈਮ ਆਫ ਰਿਸੀਵਿੰਗ ਆਰਡਰ ਆਫ ਦਾ ਸੇਲ, ਕਿਆ ਸਾਨੂੰ ਜਦੋਂ ਕੋਈ ਬੰਦਾ ਸੇਲ ਦਾ ਆਰਡਰ ਦੇਗਾ, ਕਿਆ ਸਾਨੂੰ ਉਦੋਂ ਹੀ ਉਹ ਰੈਵਨਿਊ ਰਿਕਾਰਡ ਕਰ ਲੈਣਾ ਚਾਹੀਦਾ ਹੈ। ਐਟ ਦਾ ਟਾਈਮ ਆਫ ਡਿਲੀਵਰੀ ਆਫ ਗੁੱਡਸ, ਸੈਕੰਡ ਕੁਐਸਚਨ ਪਿਆ ਕਿ ਅਗਰ ਜਦੋਂ ਅਸੀਂ ਅਸੀਂ ਆਰਡਰ ਦੇ ਟਾਈਮ ਨਹੀਂ ਰਿਕਾਰਡ ਕੀਤਾ, ਅਸੀਂ ਉਹ ਸਮਾਨ ਬਣਾ ਲਿਆ, ਬਣਾ ਕੇ ਭੇਜ ਦਿੱਤਾ, ਡਿਲੀਵਰੀ ਕਰ ਦਿੱਤੀ, ਕਿਆ ਹੁਣ ਰਿਕਾਰਡ ਕਰ ਲਈਏ। ਔਰ ਐਟ ਦਾ ਟਾਈਮ ਆਫ ਰਿਸੀਵਿੰਗ ਮਨੀ, ਜਾਂ ਅਸੀਂ ਕੀ ਕਰੀਏ ਜਦੋਂ ਸਾਨੂੰ ਮਨੀ ਰਿਸੀਵ ਹੋ ਜਾਂਦੀ ਹੈ, ਪ੍ਰਾਈਸ ਆਫ ਦਾ ਸੇਲ ਜਿਹੜਾ ਅਸੀਂ ਡਿਲੀਵਰ ਕੀਤਾ ਸੀ ਉਦੋਂ ਰਿਕਾਰਡ ਕਰੀਏ। ਦੇਖੋ, ਜਦੋਂ ਫਸਟ ਕੁਐਸਚਨ ਸਾਡੇ ਕੋਲ ਆਇਆ ਕਿ ਜਦੋਂ ਸਾਨੂੰ ਆਰਡਰ ਮਿਲਿਆ ਕਿਆ ਅਸੀਂ ਰਿਸੀਵ ਕਰੀਏ, ਨੋ, ਅਸੀਂ ਉਦੋਂ ਰਿਕਾਰਡ ਨਹੀਂ ਕਰ ਸਕਦੇ, ਕਿਉਂਕਿ ਆਰਡਰ ਮੇ ਕੈਂਸਲਡ, ਆਰਡਰ ਕੈਂਸਲ ਕੀਤਾ ਜਾ ਸਕਦਾ ਹੈ। ਸੈਕਿੰਡ, ਕਿ ਅਸੀਂ ਗੁੱਡਸ ਡਿਲੀਵਰ ਕਰ ਦਿੱਤੀਆਂ, ਕਿਆ ਹੁਣ ਰਿਕਾਰਡ ਕਰ ਲਈਏ, ਨੋ, ਕਿਉਂਕਿ ਗੁੱਡਸ ਕੀ ਹੋ ਸਕਦੀਆਂ, ਰਿਜੈਕਟ ਹੋ ਸਕਦੀਆਂ, ਹੋ ਸਕਦਾ ਉਸਦੀ ਕੁਆਲਿਟੀ ਉਸ ਨੂੰ ਪਸੰਦ ਨਾ ਆਏ। ਥਰਡ ਕੀ ਹੈ ਕਿ ਜਦੋਂ ਇੱਕ ਕਸਟਮਰ ਜਿਹੜਾ ਹੈ ਉਹ ਆਪਣੀ ਓਬਲੀਗੇਸ਼ਨ ਨੂੰ ਅਸੈਪਟ ਕਰ ਲੈਂਦਾ ਹੈ ਜਦੋਂ ਉਹ ਉਧਾਰ ਕਰੇਗਾ, ਜਾਂ ਉਹ ਸਾਨੂੰ ਪੇ ਕਰ ਦਿੰਦਾ ਹੈ ਜਦੋਂ ਕੈਸ਼ ਸੇਲ ਹੋ ਜਾਂਦੀ ਹੈ, ਤਾਂ ਅਸੀਂ ਉਦੋਂ ਹੀ ਆਪਣੀ ਉਸ ਰੈਵਨਿਊ ਨੂੰ ਰਿਕਾਰਡ ਕਰਦੇ ਹਾਂ। ਆਂਸਰ ਆਫ ਦਿਸ ਕੁਐਸਚਨ ਇਜ਼ ਦੈਟ ਦਾ ਰੈਵਨਿਊ ਇਜ਼ ਅਰਨਡ ਓਨਲੀ ਐਟ ਦਾ ਟਾਈਮ ਆਫ ਰੀਅਲਾਈਜੇਸ਼ਨ, ਜਦੋਂ ਸਾਨੂੰ ਐਕਚੁਅਲ 'ਚ ਮਿਲ ਜਾਂਦਾ ਹੈ, ਔਰ legal obligation assumed by the customer to pay certain sum of money now or in future, ਕਿ ਅਗਰ ਕਸਟਮਰ ਅਸੈਪਟ ਕਰ ਲੈਂਦਾ ਲੀਗਲੀ ਕਿ ਉਹ ਅੱਜ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਨ ਫਿਊਚਰ ਉਹ ਪੈਸਾ ਪੇ ਕਰੇਗਾ, ਤਦ ਹੀ ਅਸੀਂ ਉਸ ਰੈਵਨਿਊ ਨੂੰ ਜਿਹੜਾ ਹੈ ਰਿਕਾਰਡ ਕਰਦੇ ਹਾਂ ਆਪਣੀਆਂ ਬੁੱਕਸ ਦੇ ਵਿੱਚ। ਇਟ ਪ੍ਰੀਵੈਂਟ ਟੂ ਰਿਕਾਰਡ ਐਂਟੀਸਪੇਟਡ ਪ੍ਰੋਫਿਟਸ, ਇਹਦੇ ਨਾਲ ਕੀ ਆ, ਅਸੀਂ ਐਂਟੀਸਪੇਟਡ ਪ੍ਰੋਫਿਟ ਜਿਹੜੇ ਹੈ ਰਿਕਾਰਡ ਨਹੀਂ ਕਰਦੇ। ਐਂਟੀਸਪੇਟਡ ਪ੍ਰੋਫਿਟ ਉਹ ਹੁੰਦੇ ਆ ਜੋ ਸਟਿਲ ਹਜੇ ਤੱਕ ਸਾਨੂੰ ਐਕਚੁਅਲ 'ਚ ਨਹੀਂ ਹੋਏ, ਜੋ ਸਾਨੂੰ ਲੱਗਦੇ ਆ ਕਿ ਹੋ ਸਕਦੇ ਆ ਬਟ ਸਾਨੂੰ ਨਹੀਂ ਹੋਏ। ਰੈਵਨਿਊ ਸ਼ੁੱਡ ਬੀ ਰਿਕਾਰਡ ਓਨਲੀ ਆਫਟਰ ਦਾ ਰੀਅਲਾਈਜੇਸ਼ਨ ਆਫ ਇਟ। ਹੁਣ ਦੇਖੋ, ਜਦੋਂ ਅਸੀਂ ਇਸ ਕੰਸੈਪਟ ਨੂੰ ਯੂਜ਼ ਕੀਤਾ ਤਾਂ ਇਹ ਕੰਸੈਪਟ ਜਿਹੜਾ ਹੈ ਪ੍ਰੋਵਾਈਡ ਕਰਦਾ ਟਰੂ ਐਂਡ ਫੇਅਰ ਇਨਫੋਰਮੇਸ਼ਨ ਟੂ ਦਾ ਯੂਜ਼ਰਸ, ਅਵੋਇਡ ਵਿੰਡੋ ਡਰੈਸਿੰਗ।
ਹੁਣ ਇਸ ਨੂੰ ਯੂਜ਼ ਕਰਨ ਦੇ ਨਾਲ ਅਸੀਂ ਜਿਹੜੀ ਅਨਨੈਸੈਸਰੀ ਰੈਵਨਿਊ ਅਸੀਂ ਆਪਣੇ ਯੂਜ਼ਰਸ ਨੂੰ ਦਿਖਾਉਂਦੇ ਆ ਕਿ ਸਾਡਾ ਇੰਨਾ ਪ੍ਰੋਫਿਟ ਅਸੀਂ ਵਧਾ ਚੜਾ ਕੇ ਦਿਖਾਈ ਜਾਂਦੇ ਆ, ਜਦ ਕਿ ਐਕਚੁਅਲ 'ਚ ਸਾਨੂੰ ਉਹਨਾਂ ਪ੍ਰੋਫਿਟ ਹੈ ਹੀ ਨਹੀਂ। ਸਪੋਜ਼ ਕਰੋ ਅਸੀਂ 20 ਬੰਦੇ ਜਿਹੜੇ ਹੈ ਫਰਜ਼ੀ ਇਹ ਪਾ ਦਿੱਤਾ ਕਿ ਇਹਨਾਂ ਨੇ ਸਾਨੂੰ ਆਰਡਰ ਦਿੱਤਾ ਹੋਇਆ, ਅਸੀਂ 20 ਸੇਲਾਂ ਉਹਦੇ ਵਿੱਚ ਪਾ ਦਿੱਤੀਆਂ ਜਾਲੀ, ਉਹਦੇ ਨਾਲ ਸਾਡਾ ਪ੍ਰੋਫਿਟ ਜੰਪ ਕਰ ਗਿਆ, ਵੱਧ ਗਿਆ। ਤਾਂ ਪ੍ਰੋਫਿਟ ਵਧਣ ਨਾਲ ਕੀ ਇਫੈਕਟ ਪੈ ਗਿਆ? ਯੂਜ਼ਰ ਤਾਂ ਇਹ ਸੋਚੂਗਾ ਕਿ ਫਰਮ ਨੂੰ ਪ੍ਰੋਫਿਟ ਬਹੁਤ ਅੱਛਾ ਹੈ, ਲੇਕਿਨ ਕਿਆ ਉਹ ਸੇਲ ਐਕਚੁਅਲ ਸੇਲ ਹੈਗੀ ਸੀ? ਨੋ, ਉਹ ਐਕਚੁਅਲ ਸੇਲ ਨਹੀਂ ਸੀ। ਉਹ ਆਰਡਰ ਕੱਲ੍ਹ ਨੂੰ ਕੈਂਸਲ ਹੋ ਗਏ ਤਾਂ ਸਾਡਾ ਪ੍ਰੋਫਿਟ ਫਿਊਚਰ 'ਚ ਜਾ ਕੇ ਪਤਾ ਲੱਗਿਆ ਕਿ ਇੰਨਾ ਹੈ ਹੀ ਨਹੀਂ ਸੀ। ਤਾਂ ਇਟ ਮੀਨਸ ਇਹ ਕੀ ਕਰਤਾ ਸੀ? ਫਰੋਡ ਕਰਤਾ ਯੂਜ਼ਰ ਦੇ ਨਾਲ। ਸੋ ਇਸ ਕਰਕੇ ਕੀ ਹੈ, ਉਹਨਾਂ ਨੂੰ ਅਸੀਂ ਟਰੂ ਐਂਡ ਫੇਅਰ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰੋਵਾਈਡ ਕਰਦੇ ਹਾਂ ਵਿਦ ਦਾ ਯੂਜ਼ ਆਫ ਦਿਸ ਕੰਸੈਪਟ। ਤੇ ਅਵੋਇਡ ਵਿੰਡੋ ਡਰੈਸਿੰਗ। ਇਹ ਵਿੰਡੋ ਡਰੈਸਿੰਗ ਹੀ ਹੁੰਦੀ ਹੈ, ਜਿਵੇਂ ਸ਼ੋਰੂਮਸ ਦੇ ਵਿੱਚ ਅਸੀਂ ਦੇਖਿਆ ਕਿ ਉਹ ਆਪਣੀ ਵਿੰਡੋਜ਼ ਨੂੰ ਬੜੀ ਵਧੀਆ ਸਜਾ ਕੇ ਰੱਖਦੇ ਆ ਕਿ ਬੜੇ ਵਧੀਆ ਕੱਪੜੇ ਪਏ ਆ ਇੱਥੇ, ਅੰਦਰ ਵੜ ਕੇ ਦੇਖੋ ਤਾਂ ਕੁਆਲਿਟੀ ਪੂਅਰ। ਤਾਂ ਉਹੀ ਚੀਜ਼ ਇੱਥੇ ਹੈ ਕਿ ਅਸੀਂ ਆਪਣੀ ਫਰਮ ਨੂੰ ਇਹ ਸ਼ੋਅ ਕਰ ਦਿੱਤਾ ਕਿ ਪ੍ਰੋਫਿਟ ਬੜੇ ਅੱਛੇ ਆ, ਅਸੀਂ ਵਿੰਡੋ ਡਰੈਸਿੰਗ ਕਰਕੇ ਯੂਜ਼ਰ ਨੂੰ ਜਿਹੜਾ ਹੈ ਆਪਣੇ ਵੱਲ ਅਟਰੈਕਟ ਕਰ ਲਿਆ, ਬਟ ਅੰਦਰ ਵੜ ਕੇ ਦੇਖੇ ਤਾਂ ਸਾਡੇ ਜਿਹੜੇ ਰਿਕਾਰਡ ਹੈ ਉਹ ਐਗਜ਼ੈਕਟ ਰਿਕਾਰਡ ਹੈ ਹੀ ਨਹੀਂ। ਸਾਡੀ ਜੋ ਪਿਕਚਰ ਰੀਪ੍ਰਜੈਂਟ ਹੋ ਰਹੀ ਹੈ ਉਹ ਫੇਅਰ ਹੈ ਹੀ ਨਹੀਂ, ਉਹਦੇ ਅੰਦਰ ਕੀ ਹੈ, ਬੜੀਆਂ ਮਿਸਟੇਕਸ ਨੇ, ਬੜੇ ਫਰੋਡ ਹੈ, ਬੜੇ ਐਰਰਸ ਨੇ। ਸੋ ਇਸ ਕਰਕੇ ਇਸ ਕੰਸੈਪਟ ਦੇ ਥਰੂ ਅਸੀਂ ਐਗਜ਼ੈਕਟ ਪਿਕਚਰ ਜਿਹੜੀ ਹੈ ਬਿਜ਼ਨਸ ਦੀ ਉਹ ਪ੍ਰੈਜ਼ੈਂਟ ਕਰਦੇ ਹਾਂ। ਨੈਕਸਟ ਕੰਸੈਪਟ ਹੈ ਸਾਡਾ ਮੈਚਿੰਗ ਕੰਸੈਪਟ। ਅਕਾਊਂਟਿੰਗ ਪੀਰੀਅਡ ਕੰਸੈਪਟ ਨਾਲ ਰਿਲੇਟਡ ਕੰਸੈਪਟ ਹੈ ਇਹ, ਕਿ ਇਨਕਮ ਐਂਡ ਐਕਸਪੈਂਸਿਸ ਵਿਚ ਐਂਟਰਸ ਫॉर ਕੈਲਕੂਲੇਟ ਦਾ ਪ੍ਰੋਫਿਟ ਔਰ ਲਾਸ ਸ਼ੁੱਡ ਬੀ related with the same goods sold, services provided or same financial year। ਹੁਣ ਦੇਖੋ ਸੇਮ ਫਾਈਨੈਂਸ਼ੀਅਲ ਈਅਰ ਨਾਲ ਹੋਣੇ ਚਾਹੀਦੇ ਆ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਕਿ ਅਗਰ ਇਸ ਸਾਲ ਦਾ ਪ੍ਰੋਫਿਟ ਕੈਲਕੂਲੇਟ ਕਰ ਰਹੇ ਹਾਂ ਤਾਂ ਖਰਚੇ ਤੇ ਇਨਕਮ ਵੀ ਇਸੇ ਸਾਲ ਦੀ ਕੰਸੀਡਰ ਕਰਨੀ ਹੈ, ਨਾ ਤਾਂ ਨੈਕਸਟ ਈਅਰ ਦਾ ਕੋਈ ਖਰਚਾ ਰਿਕਾਰਡ ਕਰਨਾ ਹੈ, ਨਾ ਪਾਸਟ ਈਅਰ ਦਾ ਖਰਚਾ ਜਾਂ ਇਨਕਮ ਰਿਕਾਰਡ ਕਰਨੀ ਹੈ। ਤੇ ਨਾਲ ਕੀ ਲਿਖਿਆ? ਸੇਮ ਪ੍ਰੋਡਕਟਸ ਦੇ ਹੋਣੇ ਵੀ ਜ਼ਰੂਰੀ ਹੈ। ਅਗਰ ਸਪੋਜ਼ ਕਰੋ ਕਿ ਇੱਕ ਬੰਦੇ ਦੇ ਦੋ ਬਿਜ਼ਨਸ ਅਲੱਗ-ਅਲੱਗ ਹੈ, ਇੱਕ ਉਹਨੇ ਕਾਰ ਵੇਚਣ ਦਾ ਸ਼ੋਰੂਮ ਖੋਲ੍ਹ ਰੱਖਿਆ, ਦੂਸਰੇ ਪਾਸੇ ਉਹ ਬਾਈਕਸ ਵਗੈਰਾ ਵੇਚਦਾ, ਉਹਦਾ ਸ਼ੋਰੂਮ ਖੋਲ੍ਹ ਰੱਖਿਆ। ਤਾਂ ਹੁਣ ਜੋ ਉਹਨੇ ਕਾਰਾਂ ਦਾ ਸ਼ੋਰੂਮ ਖੋਲ੍ਹ ਰੱਖਿਆ ਉਹਦੇ ਖਰਚੇ ਤੇ ਉਹਦੀ ਇਨਕਮ ਉਸੇ ਦੇ ਅੰਦਰ ਰਿਕਾਰਡ ਹੋਏਗਾ, ਜੋ ਬਾਈਕ ਵੇਚ ਰਿਹਾ ਉਹਦੇ ਖਰਚੇ ਕਾਰਾਂ ਦੇ ਅੰਦਰ ਰਿਕਾਰਡ ਨਹੀਂ ਹੋਣਗੇ, ਔਰ ਕਾਰ ਦੇ ਸ਼ੋਰੂਮ ਦੇ ਖਰਚੇ ਜਿਹੜੇ ਹੈ ਬਾਈਕ ਸ਼ੋਰੂਮ ਖਰਚੇ ਦੇ ਅੰਡਰ ਰਿਕਾਰਡ ਨਹੀਂ ਹੋਏਗਾ। ਇਸ ਨੂੰ ਅਸੀਂ ਬੋਲਦੇ ਹਾਂ ਮੈਚਿੰਗ ਕੰਸੈਪਟ, ਕਿ ਦੋਨੋਂ ਆਪਸ ਦੇ ਵਿੱਚ ਕੀ ਹੋਣੇ ਚਾਹੀਦੇ ਆ? ਮੈਚ ਹੋਣੇ ਜ਼ਰੂਰੀ ਹੈ। ਨੈਕਸਟ ਹੈ ਸਾਡੇ ਕੋਲ ਫੁੱਲ ਡਿਸਕਲੋਜ਼ਰ। ਹੁਣ ਦੇਖੋ ਫੁੱਲ ਡਿਸਕਲੋਜ਼ਰ ਦਾ ਮਤਲਬ ਕੀ ਹੈ? ਸਾਰਾ ਕੁਝ ਡਿਸਕਲੋਜ਼ ਕਰਨਾ ਅਸੀਂ। ਇਹ ਸਾਨੂੰ ਕੀ ਸੁਜੈਸਟ ਕਰਦਾ ਹੈ? that the financial statements does not only mean to provide only profit or loss and about financial position। ਇਹਦਾ ਇਹ ਮਤਲਬ ਨਹੀਂ ਕਿ ਅਸੀਂ ਯੂਜ਼ਰ ਨੂੰ ਸਿਰਫ ਆਪਣੇ ਪ੍ਰੋਫਿਟ ਲਾਸ ਦਿਖਾਣੇ ਆ ਜਾਂ ਅਸੀਂ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਹੀ ਦਿਖਾਣੀ ਹੈ, but it also provide all the relevant and related information about each and every aspect which is of material in nature। ਇਹਦੇ ਨਾਲ ਅਸੀਂ ਹਰੇਕ ਉਹ ਫੈਕਟ ਉਹਨਾਂ ਨੂੰ ਸ਼ੋਅ ਕਰਨਾ ਹੈ ਜਿਹੜਾ ਫੈਕਟਰ ਕੀ ਹੋ ਸਕਦਾ ਹੈ? ਉਹਨਾਂ ਦੇ ਡਿਸੀਜ਼ਨ ਨੂੰ ਇਫੈਕਟ ਕਰ ਸਕਦਾ ਹੈ। ਉਸ ਡਿਸੀਜ਼ਨ ਨੂੰ ਇਫੈਕਟ ਕਰਨ ਵਾਲੇ ਫੈਕਟਰ ਨੂੰ ਕੀ ਬੋਲਦੇ ਆ? ਮਟੀਰੀਅਲ ਫੈਕਟਰ, ਮਟੀਰੀਅਲ ਇਨ ਨੇਚਰ। that should be disclosed in the financial statement, and if by any reason that is not shown in the statement, these should be disclosed separately as a profit of concluded financial statements। ਅਗਰ ਫਿਰ ਵੀ ਅਸੀਂ ਬਾਈ ਐਨੀ ਰੀਜ਼ਨ ਇਹ ਚੀਜ਼ਾਂ ਨੂੰ ਸ਼ੋਅ ਨਹੀਂ ਕਰ ਸਕਦੇ ਬੁੱਕਸ ਦੇ ਅੰਦਰ, ਤਦ ਅਸੀਂ ਇਹਨਾਂ ਨੂੰ ਕੀ ਕਰਨਾ ਹੈ? ਐਜ਼ ਅ ਪਾਰਟ ਆਫ ਫਾਈਨੈਂਸ਼ੀਅਲ ਸਟੇਟਮੈਂਟ। ਪਾਰਟ ਦਾ ਮਤਲਬ ਕੀ? ਕਿ ਅਸੀਂ ਉਸ ਨੂੰ ਕਿਤਾਬਾਂ ਤੋਂ ਬਾਹਰ ਇੱਕ ਫੁੱਟ ਨੋਟ ਦੇ ਵਿੱਚ ਸ਼ੋਅ ਕਰਨਾ ਹੈ, ਜਾਂ ਕਿਸੇ ਵੀ ਤਰ੍ਹਾਂ ਅਸੀਂ ਬਾਅਦ ਦੇ ਵਿੱਚ ਉਸ ਨੂੰ ਨੋਟਸ ਟੂ ਅਕਾਊਂਟ ਦੇ ਕੇ ਉਹਦੇ ਅੰਦਰ ਸ਼ੋਅ ਕਰਨਾ ਹੈ ਵੀ ਇਹ ਜਿਹੜਾ ਚੇਂਜ ਹੈ ਉਹ ਅਸੀਂ ਕੀਤਾ। ਛੋਟੀ ਜਿਹੀ ਐਗਜ਼ਾਮਪਲ, ਕਿਸੇ ਮੈਥਡ ਨੂੰ ਅਸੀਂ ਚੇਂਜ ਕਰਦੇ ਹਾਂ ਜਿਸ ਦਾ ਇਫੈਕਟ ਜਿਹੜਾ ਹੈ ਸਾਡੇ ਫਾਈਨੈਂਸ਼ੀਅਲ ਸਟੇਟਮੈਂਟ, ਸਾਡੇ ਪ੍ਰੋਫਿਟ ਦੇ ਵਿੱਚ ਆ ਜਾਂਦਾ ਹੈ। ਲਾਈਕ ਅਸੀਂ ਡੈਪਰੀਸੀਏਸ਼ਨ ਦਾ ਮੈਥਡ ਚੇਂਜ ਕਰਦੇ ਹਾਂ, ਉਹਦੇ ਨਾਲ ਅਮਾਊਂਟ 'ਚ ਫਰਕ ਆ ਗਿਆ। ਅਮਾਊਂਟ 'ਚ ਫਰਕ ਆਉਣ ਦੇ ਨਾਲ ਕੀ ਹੋ ਗਿਆ? ਐਗਜ਼ੈਕਟਲੀ ਸਾਡਾ ਪ੍ਰੋਫਿਟ ਜਿਹੜਾ ਹੈ ਉਹ ਡਿਸਟਰਬ ਹੋ ਗਿਆ, ਜਾਂ ਤਾਂ ਉਹ ਵੱਧ ਗਿਆ ਜਾਂ ਉਹ ਘਟ ਗਿਆ।
ਹੁਣ ਇਹਨਾਂ ਦਾ ਇਫੈਕਟ ਪੈਣ ਦੇ ਨਾਲ ਕੀ ਹੈ, ਸਾਡੀਆਂ ਸਟੇਟਮੈਂਟਾਂ ਪੜ੍ਹਨ ਵਾਲੇ ਯੂਜ਼ਰ ਦਾ ਜੋ ਡਿਸੀਜ਼ਨ ਹੈ ਉਹ ਵੀ ਚੇਂਜ ਹੋ ਸਕਦਾ ਹੈ। ਸੋ ਅਸੀਂ ਕੀ ਕਰਨਾ, ਸਾਡੀ ਡਿਊਟੀ ਕੀ ਬਣਦੀ ਹੈ ਕਿ ਅਸੀਂ ਇਸ ਫੈਕਟ ਨੂੰ ਸਪੈਸ਼ਲੀ ਕਿਤਾਬਾਂ ਦੇ ਵਿੱਚ ਨੋਟ ਕਰੀਏ, ਸ਼ੋ ਕਰੀਏ, ਸੋ ਦੈਟ ਯੂਜ਼ਰ ਨੂੰ ਜੋ ਟਰੂ ਐਂਡ ਫੇਅਰ ਪਿਕਚਰ ਹੈ ਬਿਜ਼ਨਸ ਦੀ ਉਹ ਪਤਾ ਲੱਗ ਜੇ। ਦੇਖੋ ਇਹ ਸਾਰਾ ਕੁਝ ਬਣ ਰਿਹਾ ਕਿਸ ਤਰ੍ਹਾਂ ਬਣ ਰਿਹਾ ਕਿ ਅਸੀਂ ਯੂਜ਼ਰ ਨੂੰ ਜਿਹੜਾ ਹੈ ਉਹ ਐਗਜ਼ੈਕਟ ਇਨਫੋਰਮੇਸ਼ਨ ਦਈਏ ਜਿੱਥੇ ਸਾਡਾ ਬਿਜ਼ਨਸ ਜਿਹੜਾ ਹੈ ਉਹ ਸਟੈਂਡ ਕਰਦਾ ਹੈ। ਕਿਤੇ ਅਸੀਂ ਉਸ ਨੂੰ ਮਿਸਲੀਡ ਇਨਫੋਰਮੇਸ਼ਨ ਨਾ ਪ੍ਰੋਵਾਈਡ ਕਰ ਦਈਏ ਜਿਸ ਕਰਕੇ ਕਿ ਉਹ ਕੋਈ ਐਸਾ ਡਿਸੀਜ਼ਨ ਲੈ ਸਕੇ ਜਿਸ ਨਾਲ ਉਸ ਦਾ ਇਨ ਫਿਊਚਰ ਨੁਕਸਾਨ ਹੋ ਜਾਵੇ। ਨੈਕਸਟ ਹੈ ਕੰਸਿਸਟੈਂਸੀ। ਹੁਣ ਦੇਖੋ ਇਹ ਸਾਡੇ ਮਟੀਰੀਅਲ ਫੈਕਟ ਨਾਲ ਬੜਾ ਰਿਲੇਟਡ ਹੈ। ਕੰਸਿਸਟੈਂਸੀ ਮੀਨਸ ਕੀ ਹੈ, ਯੂਨੀਫਾਰਮਿਟੀ ਇਨ ਦਾ ਰੂਲਸ, ਮੈਥਡਸ ਐਂਡ ਪੋਲਿਸੀਜ਼ ਜੋ ਕਿ ਇੱਕ ਆਰਗੇਨਾਈਜੇਸ਼ਨ ਯੂਜ਼ ਕਰਦੀ ਹੈ ਆਪਣੀਆਂ ਅਕਾਊਂਟਿੰਗ ਨੂੰ ਕਰਦੇ ਟਾਈਮ। ਹੁਣ ਅਸੀਂ ਇਹਨਾਂ 'ਚ ਯੂਨੀਫਾਰਮਿਟੀ ਰੱਖਣੀ ਹੈ। ਯੂਨੀਫਾਰਮਿਟੀ ਮਤਲਬ ਫਿਰ ਉਹੀ ਪੁਆਇੰਟ ਕਿ ਅਸੀਂ ਇਹਨਾਂ ਨੂੰ ਲਗਾਤਾਰ ਯੂਜ਼ ਕਰਨਾ ਹੈ, ਨਾ ਤਾਂ ਲਗਾਤਾਰ ਰੂਲਸ ਚੇਂਜ ਕਰਨੇ ਆ, ਨਾ ਮੈਥਡ ਚੇਂਜ ਕਰਨੇ ਆ, ਨਾ ਪੋਲਿਸੀਜ਼ ਚੇਂਜ ਕਰਨੀਆਂ ਨੇ। ਕਿਉਂਕਿ ਇਹਨਾਂ ਨੂੰ ਚੇਂਜ ਕਰਨ ਦੇ ਨਾਲ ਕੀ ਹੋਊਗਾ, ਸਾਡੇ ਸਟੇਟਮੈਂਟਾਂ ਦੇ ਵਿੱਚ ਚੇਂਜ ਆ ਜਾਂਦਾ ਹੈ, ਸਾਡੇ ਪ੍ਰੋਫਿਟ ਦੇ ਲੈਵਲ 'ਚ ਚੇਂਜ ਆ ਜਾਏਗਾ। ਇਫ ਰੂਲਸ ਐਂਡ ਮੈਥਡਸ ਸ਼ੁੱਡ ਬੀ, ਅਗਰ ਅਸੀਂ ਇਹਨਾਂ ਨੂੰ ਚੇਂਜ ਕਰ ਦਿੱਤਾ ਤਾਂ whatever there is so small change that should be disclosed separately and conducted amounting information। ਤੇ ਜਦੋਂ ਅਸੀਂ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਕਨਕਲੂਡ ਕਰਾਂਗੇ, ਤਿਆਰ ਕਰਾਂਗੇ, ਤਾਂ ਉਹਦੇ ਅੰਦਰ ਸਾਨੂੰ ਇਹ ਸੈਪਰੇਟਲੀ ਡਿਸਕਲੋਜ਼ ਕਰਨੀ ਪਏਗੀ ਕਿ ਇਸ ਸਾਲ ਅਸੀਂ ਇਹ ਮੈਥਡ, ਇਹ ਪੋਲਿਸੀ ਚੇਂਜ ਕੀਤਾ ਔਰ ਇਸ ਚੇਂਜ ਕਰਨ ਨਾਲ ਐਗਜ਼ੈਕਟਲੀ ਸਾਡੇ ਪ੍ਰੋਫਿਟ ਦੇ ਉੱਪਰ ਜਾਂ ਸਾਡੀਆਂ ਫਾਈਨੈਂਸ਼ੀਅਲ ਸਟੇਟਮੈਂਟਾਂ ਦੇ ਵਿੱਚ ਕੀ ਚੇਂਜ ਆਇਆ, ਉਹ ਚੇਂਜ ਅਸੀਂ ਸੈਪਰੇਟਲੀ ਡਿਸਕਲੋਜ਼ ਕਰਨਾ ਹੋਏਗਾ। ਇਟ ਆਲਸੋ ਹੈਲਪ ਦਾ ਇਨਵੈਸਟਰ ਔਰ ਅਦਰ ਯੂਜ਼ਰਸ ਟੂ ਅੰਡਰਸਟੈਂਡ ਦਾ ਫਾਈਨੈਂਸ਼ੀਅਲ ਸਟੇਟਮੈਂਟਸ ਫॉर देयर डिसीजन मेकिंग प्रोसेस। कि ਜਦੋਂ ਅਸੀਂ ਇਸ ਕਨਸੈਪਟ ਨੂੰ ਯੂਜ਼ ਕਰਦੇ ਹਾਂ ਕੰਸਿਸਟੈਂਸੀ ਨੂੰ, ਅਗਰ ਦੇਖੋ ਕੋਈ ਚੀਜ਼ ਜਿਹੜੀ ਹੈ ਅਸੀਂ ਚੇਂਜ ਕੀਤੀ ਤਾਂ ਉਹ ਚੇਂਜ ਕੀ ਕਹਿਲਾਈ, ਮਟੀਰੀਅਲ ਫੈਕਟ ਕਹਿਲਾਇਆ, ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ, ਫੁੱਲੀ ਉਸ ਨੂੰ ਡਿਸਕਲੋਜ਼ ਕਰਨਾ ਹੈ। ਇਟ ਮੀਨਸ ਕੀ ਹੈ ਕਿ ਚੇਂਜ ਇਜ਼ ਇਕੁਅਲ ਟੂ ਮਟੀਰੀਅਲ ਫੈਕਟ, ਮਟੀਰੀਅਲ ਫੈਕਟ ਇਜ਼ ਇਕੁਅਲ ਟੂ ਫੁੱਲ ਡਿਸਕਲੋਜ਼ਰ। ਸੋ ਤਿੰਨ ਚੀਜ਼ਾਂ ਆਪਸ ਦੇ ਵਿੱਚ ਕੀ ਹੋ ਗਈਆਂ, ਕੋਰਲੇਟ ਹੋ ਗਈਆਂ, ਜੋ ਕਿ ਅਲਟੀਮੇਟ ਅਸੀਂ ਕਾਹਦੇ ਲਈ ਬਣਾ ਰਹੇ ਹਾਂ, ਇਨਵੈਸਟਰ ਦੇ ਲਈ ਬਣਾ ਰਹੇ ਹਾਂ, ਸੋ ਦੈਟ ਕਿ ਉਸ ਨੂੰ ਅੰਡਰਸਟੈਂਡ ਕਰੇ ਔਰ ਆਪਣੇ ਡਿਸੀਜ਼ਨ ਮੇਕਿੰਗ ਪ੍ਰੋਸੈਸ ਦੇ ਵਿੱਚ ਉਸ ਦਾ ਯੂਜ਼ ਕਰੇ। ਨੈਕਸਟ ਹੈ ਕੰਜ਼ਰਵੇਟਿਜ਼ਮ। ਹੁਣ ਕੰਜ਼ਰਵੇਟਿਜ਼ਮ ਸਮਝਦਾਰੀ, ਪ੍ਰੂਡੈਂਸ ਨੂੰ ਦੇ ਨਾਮ ਦੇ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। ਇਹਦੇ ਵਿੱਚ ਕੀ ਬੇਸ ਹੈ, ਪ੍ਰੋਵਾਈਡ ਫॉर ਆਲ, provide for all anticipated losses but not for anticipated profit। ਦੇਖੋ ਅਸੀਂ ਰੈਵਨਿਊ ਰਿਕੋਗਨੀਸ਼ਨ ਕਨਸੈਪਟ ਲਿਖਿਆ ਸੀ, ਉਹਦੇ ਅੰਦਰ ਅਸੀਂ ਕੀ ਪੜ੍ਹਿਆ ਕਿ ਜੋ ਐਂਟੀਸਪੇਟਡ ਪ੍ਰੋਫਿਟ ਹੁੰਦੇ ਆ, ਜੋ ਕਿ ਸਾਨੂੰ ਹਜੇ ਨਹੀਂ ਹੋਏ ਐਗਜ਼ੈਕਟਲੀ, ਜੋ ਕਿ ਸਿਰਫ ਸਾਨੂੰ ਲੱਗਦਾ ਹੈ ਕਿ ਮੇ ਬੀ ਇਟ ਕੁਡ ਹੈਪਨ, ਕਿ ਹੋ ਸਕਦਾ ਸਾਨੂੰ ਇਨ ਫਿਊਚਰ, ਤਾਂ ਉਹਨਾਂ ਨੂੰ ਅਸੀਂ ਐਡਵਾਂਸਡ ਰਿਕਾਰਡ ਨਹੀਂ ਕਰਨਾ। ਲੇਕਿਨ ਅਗਰ ਸਾਨੂੰ ਲੱਗਦਾ ਹੈ ਕਿ ਸਾਨੂੰ ਇਹ ਲਾਸ ਹੋ ਸਕਦਾ ਫਿਊਚਰ 'ਚ, ਤਾਂ ਉਹ ਅਸੀਂ ਜ਼ਰੂਰ ਰਿਕਾਰਡ ਕਰਨਾ। ਦੇਖੋ ਜਦੋਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਵੀ ਸਾਨੂੰ ਪੋਸੀਬਲ ਲਾਸ ਜਿਹੜਾ ਹੈ ਉਹਦੇ ਬਾਰੇ ਪਹਿਲਾਂ ਦੱਸਦਾ ਹੈ, ਸਾਨੂੰ ਪੋਸੀਬਲ ਜੋ ਫਾਇਦਾ ਹੈ, ਪ੍ਰੋਫਿਟ ਹੋ ਸਕਦਾ ਉੱਥੇ ਸਾਡੀ ਬਾਡੀ ਨੂੰ। ਜਦੋਂ ਅਸੀਂ ਕੋਈ ਸੀਰੀਅਸ ਪੇਸ਼ੈਂਟ ਉਹਨਾਂ ਕੋਲ ਲੈ ਕੇ ਜਾਂਦੇ ਹਾਂ ਤਾਂ ਉਹ ਸਾਨੂੰ ਦੱਸਦੇ ਆ ਕਿ ਡੈਥ ਹੋ ਸਕਦੀ ਹੈ, ਉਹ ਇਹ ਨਹੀਂ ਦੱਸਦੇ ਕਿ ਅਸੀਂ ਇਹਨੂੰ ਬਚਾ ਲਾਂਗੇ ਡੈਫੀਨੇਟਲੀ। ਅਗਰ ਬਚਾ ਲੈਂਦੇ ਆ ਤਾਂ ਉਹ ਬੜੀ ਅੱਛੀ ਗੱਲ ਹੈ, ਬਟ ਅਸੀਂ ਆਪਣੇ ਮਾਈਂਡ ਨੂੰ ਪ੍ਰਿਪੇਅਰ ਰੱਖੀਏ ਕਿ ਇੱਥੋਂ ਸਾਨੂੰ ਕੀ ਲਾਸ ਹੋ ਸਕਦਾ ਹੈ। ਕਿਉਂਕਿ ਅਗਰ ਅਸੀਂ ਪਹਿਲਾਂ ਕੁਝ ਅੱਛਾ ਦਿਖਾ ਦਿੱਤਾ, ਉਸ ਤੋਂ ਬਾਅਦ ਕੁਝ ਮਾੜਾ ਹੋ ਗਿਆ, ਤਾਂ ਲੋਕ ਕੀ ਕਰਨਗੇ, ਚੱਕ ਕੇ ਡਾਕਟਰ ਨੂੰ ਹੀ ਮਾਰ ਦੇਣਗੇ ਕਿ ਤੂੰ ਤਾਂ ਕਹਿੰਦਾ ਸੀ ਬਚ ਜਾਊਗਾ, ਮਰ ਗਿਆ, ਇਹਦਾ ਮਤਲਬ ਤੂੰ ਮਾਰਤਾ ਹੋਊਗਾ। ਕਿਉਂਕਿ ਸਾਡੇ ਲੋਕ ਬੜੇ ਸਮਝਦਾਰ ਹੈ ਨਾ। ਸੋ ਇਸ ਕਰਕੇ ਕੀ ਹੈ ਕਿ ਐਂਟੀਸਪੇਟਡ ਲਾਸ, ਜਿਹੜੇ ਲਾਸ ਸਾਨੂੰ ਲੱਗਦਾ ਹੈ ਕਿ ਇਨ ਫਿਊਚਰ ਹੋ ਜਾਣਗੇ, ਉਹ ਲਾਸਸ ਨੂੰ ਅਸੀਂ ਅੱਜ ਹੀ ਕਿਤਾਬਾਂ ਦੇ ਵਿੱਚ ਰਿਕਾਰਡ ਕਰਨਾ ਹੈ, ਸੋ ਦੈਟ ਕਿ ਸਾਡਾ ਯੂਜ਼ਰ ਪਹਿਲਾਂ ਹੀ ਆਪਣਾ ਮਾਈਂਡ ਜਿਹੜਾ ਹੈ ਉਹ ਇਸ ਤਰ੍ਹਾਂ ਬਣਾ ਲੇ ਕਿ ਇਹ ਲਾਸ ਫਰਮ ਨੂੰ ਇਨ ਫਿਊਚਰ ਹੋ ਸਕਦਾ ਹੈ। ਸੋਚ ਸਮਝ ਕੇ ਪੈਸਾ ਇੱਥੇ ਇਨਵੈਸਟ ਕਰਨਾ ਹੈ। ਔਰ ਜੇ ਲੱਗਦਾ ਹੈ ਕਿ ਇੰਨਾ ਪ੍ਰੋਫਿਟ ਮੈਨੂੰ ਇਨ ਫਿਊਚਰ ਹੋ ਸਕਦਾ ਹੈ, ਉਹ ਰਿਕਾਰਡ ਨਹੀਂ ਕਰਨਾ, ਕਿਉਂਕਿ ਉਸਨੇ ਡਿਸੀਜ਼ਨ ਉਸ ਦਾ ਇਫੈਕਟ ਕਰ ਦੇਣਾ ਹੈ। ਉਸ ਪ੍ਰੋਫਿਟ ਨੂੰ ਦੇਖ ਕੇ ਕਈ ਵਾਰ ਉਹ ਇਨਵੈਸਟ ਕਰ ਦਿੰਦਾ ਹੈ ਔਰ ਆਪਾਂ ਨੂੰ ਉਹ ਪ੍ਰੋਫਿਟ ਫਿਊਚਰ 'ਚ ਨਾ ਹੋਵੇ
ਤਾਂ ਇਟ ਮੀਨਸ ਅਸੀਂ ਉਸ ਨੂੰ ਚੀਟ ਕਰ ਦਿੱਤਾ, ਅਸੀਂ ਉਸ ਨਾਲ ਫਰਾਡ ਕੀਤਾ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। In other word, any profit which is not yet earned shall not consider, but all losses, whether that is faced or not, should be considered in accounting। ਹੁਣ ਇਸੇ ਕਰਕੇ ਸਾਨੂੰ ਲੱਗਦਾ ਹੈ ਕਿ ਅਸੀਂ ਡੈਪਰੀਸੀਏਸ਼ਨ ਰਿਕਾਰਡ ਕਰਦੇ ਹਾਂ, ਇਸੇ ਕਰਕੇ ਅਸੀਂ ਸਾਰੀਆਂ ਜੋ ਪ੍ਰੋਵੀਜ਼ਨਸ ਨੇ ਉਹਨੂੰ ਇਨ ਐਡਵਾਂਸ ਬਣਾ ਲੈਂਦੇ ਹਾਂ। ਪ੍ਰੋਵੀਜ਼ਨ ਦਾ ਮਤਲਬ ਕੀ ਹੈ ਕਿ ਇੱਕ ਅਸੀਂ ਜੋ ਸਾਨੂੰ ਲੱਗਦਾ ਹੈ ਕਿ ਲਾਸ ਐਗਜ਼ੈਕਟ ਹੈ ਬਟ ਉਹਦੀ ਅਮਾਊਂਟ ਐਗਜ਼ੈਕਟਲੀ ਕਿੰਨੀ ਹੋਊਗੀ ਉਹ ਸਾਨੂੰ ਨਹੀਂ ਪਤਾ, ਅਸੀਂ ਫਿਰ ਵੀ ਉਸ ਨੂੰ ਜਿਹੜਾ ਹੈ ਅੱਜ ਰਿਕਾਰਡ ਕਰ ਲੈਂਦੇ ਹਾਂ। ਜਿਵੇਂ ਕਿ ਪ੍ਰੋਵੀਜ਼ਨ ਫॉर ਟੈਕਸ ਹੈ। ਹੁਣ ਦੇਖੋ ਇਹ ਤਾਂ ਪਤਾ ਹੈ ਕਿ ਟੈਕਸ ਤਾਂ ਹਰ ਵਾਰ ਲੱਗਣਾ ਹੀ ਲੱਗਣਾ ਹੈ, ਇਹ ਪਤਾ ਹੈ, ਬਟ ਅਮਾਊਂਟ ਇਸ ਵਾਰ ਕਿੰਨੀ ਹੋਏਗੀ ਉਹ ਉਦੋਂ ਪਤਾ ਲੱਗੂਗਾ ਐਗਜ਼ੈਕਟਲੀ ਜਦੋਂ ਮੈਂ ਆਪਣਾ ਪ੍ਰੋਫਿਟ ਫਾਈਂਡ ਆਊਟ ਕਰ ਲੂੰਗਾ, ਜੋ ਕਿ ਮੈਂ ਹਜੇ ਨਹੀਂ ਕੀਤਾ। ਸੋ ਮੈਂ ਕੀ ਕੀਤਾ, ਇੱਕ ਅੰਦਾਜ਼ਾ ਲਗਾਇਆ ਕਿ ਪਿਛਲੇ ਸਾਲ ਕਿੰਨਾ ਸੀ, ਉਸ ਤੋਂ ਪਿਛਲੇ ਸਾਲ ਕਿੰਨਾ ਸੀ, ਮੈਂ ਉਹਦਾ ਇੱਕ ਐਸਟੀਮੇਟਡ ਜੋ ਖਰਚਾ ਹੈ ਉਹ ਆਪਣੀਆਂ ਬੁੱਕਸ ਦੇ ਵਿੱਚ ਪਹਿਲਾਂ ਹੀ ਸ਼ੋ ਕਰ ਦਿੱਤਾ। ਲੇਕਿਨ ਅਗਰ ਮੈਂ ਇਹ ਕਰਾਂ ਕਿ ਪਿਛਲੇ ਸਾਲ ਪ੍ਰੋਫਿਟ ਕਿੰਨਾ ਸੀ, ਉਸ ਤੋਂ ਪਿਛਲੇ ਸਾਲ ਕਿੰਨਾ ਸੀ, ਮੈਂ ਇੱਕ ਐਸਟੀਮੇਟਡ ਪ੍ਰੋਫਿਟ ਸ਼ੋ ਕਰਦਾ, ਇਹ ਗਲਤ ਹੋ ਜਾਊਗਾ। ਪ੍ਰੋਫਿਟ ਉਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ, ਉਸ ਤੋਂ ਘੱਟ ਵੀ ਹੋ ਸਕਦਾ ਹੈ, ਅਤੇ ਕੰਟਰਰੀ ਲਾਸ ਵੀ ਹੋ ਸਕਦਾ ਹੈ। ਸੋ ਇਸ ਕਰਕੇ ਜੋ ਪ੍ਰੋਫਿਟ ਮੈਨੂੰ ਨਹੀਂ ਹੋਇਆ ਉਸ ਨੂੰ ਸ਼ੋ ਨਹੀਂ ਕਰਨਾ, ਜੋ ਲਾਸ ਮੈਨੂੰ ਲੱਗਦਾ ਹੋ ਸਕਦਾ ਹੈ ਉਸ ਨੂੰ ਮੈਂ ਅੱਜ ਹੀ ਸ਼ੋ ਕਰੂੰਗਾ। ਹੁਣ ਜਿੰਨੇ ਵੀ ਕੋਰਟ ਕੇਸਿਸ ਚੱਲਦੇ ਆ, ਸਪੋਜ਼ ਕਿ ਕਿਸੇ ਕਸਟਮਰ ਨੇ ਸਾਡੇ ਉੱਪਰ ਕੇਸ ਕਰ ਦਿੱਤਾ, ਅਸੀਂ ਉਸ ਦਾ ਵੀ ਜੋ ਡਿਟੇਲ ਹੈ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਾਂ ਦੇ ਵਿੱਚ ਲਿਖਣੀ ਜ਼ਰੂਰੀ ਹੈ, ਸੋ ਦੈਟ ਕਿ ਯੂਜ਼ਰ ਨੂੰ ਪਹਿਲਾਂ ਹੀ ਉਸ ਚੀਜ਼ ਦੇ ਬਾਰੇ ਪਤਾ ਲੱਗ ਜੇ। ਨੈਕਸਟ ਕੰਸੈਪਟ ਹੈ ਸਾਡਾ ਮਟੀਰੀਅਲਿਟੀ। ਹੁਣ ਦੇਖੋ ਇਹ ਆਲਰੇਡੀ ਅਸੀਂ ਪੜ੍ਹ ਚੁੱਕੇ ਪਹਿਲਾਂ ਕਿ ਮਟੀਰੀਅਲਿਟੀ ਕੀ ਹੁੰਦੀ ਹੈ। ਕੋਈ ਵੀ ਚੇਂਜ ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡੀ ਹੈ, ਹਰ ਇੱਕ ਜੋ ਰਿਕਾਰਡ ਕਰਦੇ ਹਾਂ ਅਸੀਂ ਟ੍ਰਾਂਜੈਕਸ਼ਨ ਮੇਕ ਗ੍ਰੇਟ ਇੰਪੈਕਟ ਔਨ ਦਾ ਡਿਸੀਜ਼ਨ ਮੇਕਿੰਗ ਪਾਵਰ ਆਫ ਦਾ ਇਨਵੈਸਟਰ। ਹੁਣ ਚਾਹੇ ਕੋਈ ਫੈਕਟ ਮਾਈਨਰ ਹੈ ਚਾਹੇ ਉਹ ਮੇਜਰ ਹੈ, which may arise due to some misstatement or omission but influence the decision of the investor shall define as materiality। ਇਹ ਕੋਈ ਚੇਂਜ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਸਾਡੀ ਮਿਸਟੇਕ ਹੀ ਹੋਵੇ, ਜ਼ਰੂਰੀ ਨਹੀਂ ਕਿ ਸਾਡੇ ਤੋਂ ਲੁਕੋਈ ਹੋਈ ਕੋਈ ਓਮਿਸ਼ਨ ਹੋਵੇ, ਸਾਡਾ ਕੋਈ ਫਰਾਡ ਹੋਵੇ, ਕੋਈ ਮਿਸ ਸਟੇਟਮੈਂਟ ਹੋਵੇ, ਜ਼ਰੂਰੀ ਨਹੀਂ। ਕੋਈ ਚੀਜ਼ ਚੇਂਜ ਕੀਤੀ ਅਸੀਂ, ਕੋਈ ਪਾਲਿਸੀ ਚੇਂਜ ਕੀਤੀ, ਦੈਟ ਮੇ ਬੀ ਮਟੀਰੀਅਲ। ਅਗਰ ਉਹ ਚੀਜ਼ ਇਨਵੈਸਟਰ ਨੂੰ ਇਫੈਕਟ ਕਰ ਸਕਦੀ ਹੈ, ਉਸਦੇ ਡਿਸੀਜ਼ਨ ਮੇਕਿੰਗ ਪਾਵਰ ਨੂੰ ਇਫੈਕਟ ਕਰ ਸਕਦੀ ਹੈ, ਔਰ ਦੈਟ ਸ਼ੁੱਡ ਬੀ ਡਿਸਕਲੋਜ਼ ਸੈਪਰੇਟਲੀ ਇਨ ਦਾ ਬੁੱਕਸ ਆਫ ਅਕਾਊਂਟਸ ਵਾਈਲ ਮੇਕਿੰਗ ਦਾ ਫਾਈਨੈਂਸ਼ੀਅਲ ਸਟੇਟਮੈਂਟਸ। ਔਰ ਜੇਕਰ ਅਸੀਂ ਉਸ ਨੂੰ ਐਕੂਰੇਟ ਬਣਾਉਣਾ ਹੈ, ਜੇ ਅਸੀਂ ਉਸ ਨੂੰ ਫੇਥਫੁੱਲ ਬਣਾਉਣਾ ਹੈ, ਤਾਂ ਅਸੀਂ ਇਸ ਤਰ੍ਹਾਂ ਦੇ ਸਾਰੇ ਫੈਕਟ ਜਿਹੜੇ ਹੈ ਸੈਪਰੇਟਲੀ ਡਿਸਕਲੋਜ਼ ਕਰਨੇ ਆ, ਸੋ ਦੈਟ ਕਿ ਯੂਜ਼ਰ ਨੂੰ ਸਾਡੀ ਅਕਾਊਂਟਿੰਗ ਜਿਹੜੀ ਹੈ ਟਰੂ ਐਂਡ ਫੇਅਰ ਲੱਗੇ। ਇਸ ਦੇ ਨਾਲ ਕੀ ਹੁੰਦਾ ਹੈ, ਹੈਲਪ ਹੁੰਦੀ ਹੈ ਉਸ ਯੂਜ਼ਰ ਦੀ ਫॉर ਮੇਕਿੰਗ ਡਿਸੀਜ਼ਨ, ਉਹਨਾਂ ਦੇ ਆਪਣੇ ਇੰਟਰਸਟ ਦੇ ਲਈ, ਉਹਨਾਂ ਦੀ ਇਨਵੈਸਟਮੈਂਟ ਦੇ ਲਈ। ਨੈਕਸਟ ਹੈ ਆਬਜੈਕਟਿਵਿਟੀ। ਦੇਖੋ ਇਹ ਸਾਡੀਆਂ ਅਕਾਊਂਟਿੰਗ ਸਟੇਟਮੈਂਟਾਂ ਦਾ ਇੱਕ ਫੀਚਰ ਵੀ ਹੈ ਕਿ ਉਹ ਮਸਟ ਬੀ ਆਬਜੈਕਟਿਵ ਹੋਣੀਆਂ ਚਾਹੀਦੀਆਂ ਨੇ, ਔਰ ਇਹੀ ਸਾਡਾ ਇੱਕ ਕੰਸੈਪਟ, ਸਾਡਾ ਇੱਕ ਰੂਲ ਵੀ ਬਣ ਗਿਆ ਕਿ ਅਕਾਊਂਟਿੰਗ ਸਟੇਟਮੈਂਟਸ ਮਸਟ ਬੀ ਪ੍ਰਿਪੇਅਰ ਹੋਣੀ ਚਾਹੀਦੀ ਹੈ ਔਨ ਆਬਜੈਕਟਿਵਿਟੀ ਬੇਸਿਸ। ਹੁਣ ਆਬਜੈਕਟਿਵਿਟੀ ਬੇਸਿਸ ਕਿਵੇਂ ਹੋਊਗਾ, ਐਜ਼ ਵੀ ਨੋ ਦੈਟ ਈਚ ਐਂਡ ਐਵਰੀ ਟ੍ਰਾਂਜੈਕਸ਼ਨ ਨੀਡ ਅ ਡਾਕੂਮੈਂਟਰੀ ਐਵੀਡੈਂਸ, ਕਿ ਹਰ ਇੱਕ ਟ੍ਰਾਂਜੈਕਸ਼ਨ ਨੂੰ ਇੱਕ ਡਾਕੂਮੈਂਟਰੀ ਐਵੀਡੈਂਸ ਦੀ ਜ਼ਰੂਰਤ ਪੈਂਦੀ ਹੈ। ਉਹ ਐਵੀਡੈਂਸ ਕੀ ਹੋ ਸਕਦਾ ਹੈ, ਮੇ ਬੀ ਅ ਬਿੱਲ, ਇਨਵੋਇਸ ਔਰ ਵਾਊਚਰ, ਕੁਝ ਵੀ ਹੋ ਸਕਦਾ, ਸਪੋਰਟਿਵ ਡਾਕੂਮੈਂਟ ਜੋ ਇਸ ਚੀਜ਼ ਦਾ ਪ੍ਰੂਫ ਹੋਵੇ ਕਿ ਯੈਸ ਟ੍ਰਾਂਜੈਕਸ਼ਨ ਹੋਈ ਹੈ ਬਿਫੋਰ ਇਟ ਐਂਟਰਸ ਇਨਟੂ ਦ ਬੁੱਕਸ ਆਫ ਅਕਾਊਂਟਸ। ਤਾਂ ਉਹ ਐਵੀਡੈਂਸ ਉਹਦੇ ਨਾਲ ਅਟੈਚ ਹੋਣਾ ਜ਼ਰੂਰੀ ਹੈ। ਅਗਰ ਹਰ ਇੱਕ ਟ੍ਰਾਂਜੈਕਸ਼ਨ ਦਾ ਇੱਕ ਪ੍ਰੂਫ ਹੋਊਗਾ ਤਾਂ ਅਸੀਂ ਕੀ ਕਹਾਂਗੇ ਕਿ ਇਹ ਫ੍ਰੀ ਫਰੋਮ ਐਨੀ ਬਾਇਸਨੈਸ ਹੈ, ਇਹਦੇ ਵਿੱਚ ਜੋ ਪਰਸਨਲ ਬਾਇਸਨੈਸ ਹੈ ਸਾਡੀ ਉਹ ਨਹੀਂ ਜੁੜੀ ਹੋਈ, ਅਸੀਂ ਕੋਈ ਫਰਜ਼ੀਵਾੜਾ ਨਹੀਂ ਕੀਤਾ ਹੋਇਆ, ਅਸੀਂ ਗਲਤ ਟ੍ਰਾਂਜੈਕਸ਼ਨਸ ਨਹੀਂ ਪਾਈਆਂ ਹੋਈਆਂ। ਦੇਖੋ ਸਬਜੈਕਟਿਵ ਹੋਣਾ ਤੇ ਆਬਜੈਕਟਿਵ ਹੋਣ ਦਾ ਕੀ ਮਤਲਬ ਹੈ, ਜਿਹੜੀ ਚੀਜ਼ ਮੇਰੇ ਪਰਸਨਲ ਇੰਟਰਸਟ ਦੇ ਅੰਦਰ ਆ ਗਈ ਉਹ ਸਬਜੈਕਟਿਵ ਹੋ ਗਈ, ਔਰ ਜੋ ਕਿ ਇੱਕ ਓਵਰਆਲ ਇੰਟਰਸਟ ਦੇ ਅੰਡਰ ਆ ਗਈ ਉਹ ਆਬਜੈਕਟਿਵ ਹੈ। ਤਾਂ ਓਵਰਆਲ ਇੰਟਰਸਟ ਕਿੱਥੇ ਹੈ ਕਿ ਮੈਂ ਕੋਈ ਵੀ ਐਸੀ ਟ੍ਰਾਂਜੈਕਸ਼ਨ ਜਿਹੜੀ ਹੈ ਰਿਕਾਰਡ ਨਹੀਂ ਕਰਨੀ ਜੋ ਕਿ ਵਿਦਆਊਟ ਐਨੀ ਪ੍ਰੂਫ ਹੋਵੇ। Accounting is objective if it is based on accounting principles, concepts
ਐਂਡ ਆਲਸੋ ਅਕੋਰਡੈਂਸ ਵਿਦ ਦਾ ਡਾਕੂਮੈਂਟਰੀ ਐਵੀਡੈਂਸ ਕਿ ਅਗਰ ਉਹ ਐਵੀਡੈਂਸ ਦੇ ਨਾਲ ਜੁੜੀ ਹੋਊਗੀ, ਅਗਰ ਅਸੀਂ ਪ੍ਰਿੰਸੀਪਲਸ ਨੂੰ ਮੰਨਦੇ ਹੋਏ, ਕਨਸੈਪਟ ਨੂੰ ਮੰਨਦੇ ਹੋਏ ਉਹ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਾਂਗੇ, ਕਿਤਾਬਾਂ ਨੂੰ ਪ੍ਰਿਪੇਅਰ ਕਰਾਂਗੇ, ਤਾਂ ਸਾਡੀ ਅਕਾਊਂਟਿੰਗ ਜਿਹੜੀ ਹੈ ਉਹ ਕੀ ਹੋਏਗੀ, ਆਬਜੈਕਟਿਵ ਹੋਏਗੀ। Accounting records are maintained on the basis of documentary evidences and are legally accepted। ਜਿਹੜੇ ਕਿ ਡਾਕੂਮੈਂਟਰੀ ਰਿਕਾਰਡ ਜਿਹੜੇ ਹੁੰਦੇ ਆ ਸਾਡੇ ਅਕਾਊਂਟਿੰਗ ਰਿਕਾਰਡਸ, ਉਹ ਡਾਕੂਮੈਂਟਰੀ ਐਵੀਡੈਂਸ ਦੇ ਬੇਸ ਦੇ ਉੱਪਰ ਬਣਦੇ ਆ, ਉਹਨਾਂ ਨੂੰ ਹੀ ਲੀਗਲੀ ਅਸੈਪਟ ਕੀਤਾ ਜਾਂਦਾ ਹੈ ਔਰ ਉਹੀ ਸਾਡੇ ਲਈ ਕੀ ਹੈ, ਟਰੂ ਤੇ ਫੇਅਰ ਪਿਕਚਰ ਜਿਹੜੀ ਹੈ ਉਹ ਰੀਪ੍ਰਜੈਂਟ ਕਰਦੇ ਆ। ਇਹ ਸਾਡੇ ਕਨਸੈਪਟ ਸੀ ਅੱਜ ਦੇ, ਬਹੁਤ ਇੰਪੋਰਟੈਂਟ ਟੌਪਿਕ ਹੈ ਇਹ ਕਰਾਂਗੇ ਤਾਂ ਹੀ ਸਾਨੂੰ ਅਕਾਊਂਟਿੰਗ ਦਾ ਬੇਸ ਪਤਾ ਲੱਗੂਗਾ ਕਿ ਜੋ ਅਸੀਂ ਰਿਕਾਰਡਸ ਜਿਹੜੇ ਹੈ ਉਹ ਬਣਾਉਣੇ ਆ ਤਾਂ ਉਸ ਨੂੰ ਉਹਦੇ ਪਿੱਛੇ ਕਿਹੜਾ ਫੰਡਾਮੈਂਟਲ ਬੇਸ ਜਿਹੜਾ ਹੈ ਉਹ ਕੰਮ ਕਰਦਾ ਹੈ। ਠੀਕ ਹੈ ਜੀ, ਧਿਆਨ ਨਾਲ ਕਰਨੇ ਆ ਇਹ। ਥੈਂਕਸ ਫॉर ਵਾਚਿੰਗ, ਕੀਪ ਸਪੋਰਟਿੰਗ, ਸਬਸਕ੍ਰਾਈਬ ਐਂਡ ਸ਼ੇਅਰ ਦਾ ਚੈਨਲ ਫॉर द नेक्स्ट अपडेट। थैंक यू।